ਸਾਡੀ ਬਦਕਿਸਮਤੀ ਆ ਨਾ ਤਾਂ ਅਸੀਂ ਲੋਨ ਲੈ ਸਕਦੇ ਆ ਨਾ ਅਸੀਂ ਕੋਈ ਮੰਨ ਲਾ ਜਿਵੇਂ ਲਿਮਟ ਬਣਾਉਣੀ ਆ ਅਸੀਂ ਕੁਝ ਨਹੀਂ ਕਰ ਸਕਦੇ। ਚਾਰ ਤਾਂ ਸਾਡੀਆਂ ਮੌਤਾਂ ਹੋਈਆਂ ਘਰ 'ਚ ਉੱਥੇ ਜਾਂਦਿਆਂ ਨਹੀਂ ਪਰ ਸਾਨੂੰ ਨਾ ਹੱਕ ਮਿਲਿਆ ਨਾ ਇਹਨਾਂ ਨੇ ਕੋਈ ਕੇਸ ਦਾ ਸਿਰਾ ਲਾਇਆ। ਬਸ ਅਸੀਂ ਇਹੀ ਚਾਹੁੰਦੇ ਆ ਸਰਕਾਰ ਤੋਂ ਮੰਗ ਕਰਦੇ ਆ ਕਿ ਸਾਡੇ ਪਿੰਡ ਦਾ ਹੱਲ ਕੀਤਾ ਜਾਵੇ, ਇਹਨੂੰ ਲੜਾਈ ਦਾ ਮੈਦਾਨ ਨਾ ਬਣਾਇਆ ਜਾਵੇ। ਇਹ ਸਭ ਕਬਲੇਬਾਜ਼ੀਆਂ ਕਰਨ ਦੇ ਮਾਰੇ ਇਹ ਗੱਲਾਂ ਕਰਦੇ ਜੀ ਇਹਨੇ ਵੇਚੀ ਆ ਉਹਨੇ ਵੇਚੀ ਆ। ਜਦੋਂ ਕੋਈ ਜਵਾਕ ਵਿਆਹਣਾ ਹੁੰਦਾ ਸਰਪੰਚ ਸਾਹਿਬ ਆਮ ਕਹਿੰਦੇ ਹੁੰਦੇ ਵੀ ਫਲਾਨਿਆਂ ਕੋਲੇ 20 ਕਿੱਲੇ ਆ ਫਲਾਨਿਆਂ ਕੋਲੇ 25 ਕਿੱਲੇ ਆ। ਤੁਹਾਡੇ ਪਿੰਡ ਵਾਲੇ ਜਦੋਂ ਰਿਸ਼ਤਾ ਕਰਦੇ ਆ ਜਵਾਕ ਦਾ ਜਾਂ ਦੱਸਦੇ ਪੁੱਛਦੇ ਉਦੋਂ ਕੀ ਸੋਚਦੇ ਹੁੰਦੇ ਹੋ? ਅੱਜ ਇਸ ਜਗ੍ਹਾ ਤੇ ਆਪਾਂ ਘਰੇ ਖੜੇ ਆ ਜੀ, ਆਹ ਜਗ੍ਹਾ ਵੀ ਨਾ ਹੈ ਨਹੀਂ ਜੀ ਕਿਸੇ ਦੀ, ਇਹ ਵੀ ਨੰਬਰਾਂ ਦੇ ਵਿੱਚ ਖਤਮ ਹੋ ਚੁੱਕੀ ਆ। ਕੋਈ ਅਸੀਂ ਬੱਚਾ ਬਾਹਰ ਭੇਜਣਾ, ਅਸੀਂ ਕੋਈ ਜ਼ਮੀਨ ਨਹੀਂ ਸ਼ੋਅ ਕਰ ਸਕਦੇ ਜੀ। ਸਭ ਤੋਂ ਵੱਡਾ ਸਾਨੂੰ ਨੁਕਸਾਨ ਪੰਚਾਇਤ ਨੂੰ ਵੀ 135-36 ਕਿੱਲੇ ਪੰਚਾਇਤ ਦੇ ਆ। ਅੱਜ ਸਾਡੇ ਕੋਲ 1 ਕਿੱਲਾ ਵੀ ਨਹੀਂਗਾ ਤੇ ਪਹਿਲੀ ਸਾਡੇ ਨਾਂ ਬਿਸਵਾ ਦੀਆਂ ਘਰ ਵੀ ਆ ਜੀ ਤੇ ਸਾਡੇ ਨਾਂ ਨਹੀਂ। ਇਹ ਜਿਹੜੀ ਏਡੀ ਕੋਠੀ ਆ ਜਿਵੇਂ ਪੂਰਾ ਬਲਦ ਬੁਲਦ ਬਸ ਹਵਾ ਜੀ ਆ। ਬਲਡੋਜ਼ਰ ਫੇਰ ਕੇ ਸਾਫ਼ ਕਰਕੇ ਵੀ ਆਪਾਂ ਨੂੰ ਵੰਡ ਕੇ ਦੇ ਜਾਣਗੇ, ਨਿਬੜਨਾ ਸਾਡੇ ਭਾਈਚਾਰੇ 'ਚ ਨਿਬੜਨਾ। ਕੋਈ ਇਹਦੀ ਤੁਹਾਨੂੰ ਜਮਾਬੰਦੀ ਨਹੀਂ ਮਿਲੂਗੀ, ਤੁਹਾਨੂੰ ਕੋਈ ਰਿਕਾਰਡ ਨਹੀਂ ਮਿਲੂਗਾ ਜੀ ਇਹਦਾ। Press the bell icon and never miss a video from Daily Awaaz. ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਬਿੱਟੂ ਚੱਕਵਾਲਾ ਤੇ ਤੁਸੀਂ ਜੁੜੇ ਹੋਏ ਹੋ ਡੇਲੀ ਆਵਾਜ਼ ਦੇ ਨਾਲ। ਅੱਜ ਅਸੀਂ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਮੱਲਾ ਦੇ ਵਿੱਚ ਪੁੱਜੇ ਹੋਏ ਹਾਂ। ਮੱਲਾ ਪਿੰਡ ਜਗਰਾਉਂ ਤਹਿਸੀਲ ਦਾ ਇੱਕ ਬੜਾ ਮਸ਼ਹੂਰ ਪਿੰਡ ਹੈ। ਤੁਹਾਨੂੰ ਦੱਸ ਦਈਏ ਕਿ ਪੂਰੇ ਪੰਜਾਬ ਦੇ ਵਿੱਚ ਜਿਵੇਂ ਇੱਕ ਮੁਰੱਬੇਬੰਦੀ ਹੋਈ ਹੈ ਪੂਰੀਆਂ ਜ਼ਮੀਨਾਂ ਦੀ। ਪੂਰੇ ਪੰਜਾਬ ਦੇ ਵਿੱਚ ਜਦੋਂ ਆਪਾਂ ਕੋਈ ਜ਼ਮੀਨ ਦਾ ਰਿਕਾਰਡ ਕਢਾਉਂਦੇ ਆ ਤਾਂ ਜਿਹੜਾ ਉਹ ਰਿਕਾਰਡ ਆਨਲਾਈਨ ਵੀ ਨਿਕਲ ਆਉਂਦਾ। ਜਮ੍ਹਾਂਬੰਦੀ ਹੁੰਦੀ ਹੈ ਹਰ ਇੱਕ ਜ਼ਮੀਨ ਦੀ, ਹਰ ਇੱਕ ਜ਼ਮੀਨ ਦੀ ਇੱਕ ਫਰਦ ਹੁੰਦੀ ਹੈ। ਪਰ ਇਹ ਪਿੰਡ ਜਿਹੜਾ ਪੰਜਾਬ ਦਾ ਸਭ ਤੋਂ ਵੱਖਰਾ ਪਿੰਡ ਹੈ। ਵੱਖਰਾ ਇਸ ਕਰਕੇ ਹੈ ਕਿ ਇਸ ਪਿੰਡ ਦੀ ਜ਼ਮੀਨ ਦਾ ਜਿਹੜਾ ਇੱਕ ਵੀ ਮਰਲਾ ਜਾਂ ਇੱਕ ਵੀ ਕਿੱਲਾ ਉਹ ਸਰਕਾਰੀ ਰਿਕਾਰਡ ਦੇ ਵਿੱਚ ਨਹੀਂ ਹੈ। ਸਿਰਫ ਪੰਜਾਬ ਦੇ ਵਿੱਚ ਇੱਕੋ ਇੱਕ ਅਜਿਹਾ ਪਿੰਡ ਹੈ ਜਿਸ ਦੀ ਜ਼ਮੀਨ ਸਰਕਾਰੀ ਰਿਕਾਰਡ 'ਚ ਨਹੀਂ ਬੋਲਦੀ। ਕੀ ਕਾਰਨ ਹੈ ਕਿ ਪੰਜਾਬ ਦੇ ਇਸ ਪਿੰਡ ਦੇ ਵਿੱਚ ਜਿਹੜੀ ਉਹ ਜ਼ਮੀਨ ਸਰਕਾਰੀ ਰਿਕਾਰਡ ਦੇ ਵਿੱਚ ਨਹੀਂ ਚੜ੍ਹ ਸਕੀ। 1952 ਤੋਂ ਲੈ ਕੇ 1962 ਦੇ ਤੱਕ ਜਿਹੜਾ ਪੰਜਾਬ ਦੇ ਵਿੱਚ ਜ਼ਮੀਨਾਂ ਜਿਹੜੀਆਂ ਰਿਕਾਰਡ ਦੇ ਉੱਪਰ ਕੀਤੀਆਂ ਗਈਆਂ ਨੇ। ਇਹਨਾਂ ਮੁਰੱਬੇਬੰਦੀ ਦੇ ਦੌਰਾਨ ਪੰਜਾਬ ਦਾ ਇਹ ਪਿੰਡ ਮੁਰੱਬੇਬੰਦੀ ਤੋਂ ਬਾਹਰ ਕਿਵੇਂ ਰਹਿ ਗਿਆ, ਇਸ ਬਾਬਤ ਆਪਾਂ ਗੱਲਬਾਤ ਕਰਨ ਲਈ ਅੱਜ ਮੱਲਾ ਪਿੰਡ ਦੇ ਵਿੱਚ ਪੁੱਜੇ ਹਾਂ। ਸਰਪੰਚ ਹਰਬੰਸ ਸਿੰਘ ਢਿੱਲੋਂ ਦੇ ਨਾਲ ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ, ਉਸ ਤੋਂ ਬਾਅਦ ਨਗਰ ਨਿਵਾਸੀਆਂ ਨੂੰ ਮਿਲਾਂਗੇ, ਪੂਰੀ ਗੱਲਬਾਤ ਜਾਣਾਂਗੇ ਕਿ ਬਿਨਾਂ ਰਿਕਾਰਡ ਤੋਂ ਇਸ ਪਿੰਡ ਦੇ ਲੋਕ ਜ਼ਮੀਨ ਤੇ ਕਿਵੇਂ ਆਪਣਾ ਲੈਣ ਦੇਣ ਕਰਦੇ ਨੇ, ਕਿਵੇਂ ਜ਼ਮੀਨਾਂ ਵੇਚਦੇ ਵੱਟਦੇ ਨੇ। ਸਭ ਤੋਂ ਪਹਿਲਾਂ ਸਰਪੰਚ ਹਰਬੰਸ ਸਿੰਘ ਢਿੱਲੋਂ ਉਹਨਾਂ ਨੂੰ ਮਿਲਦੇ ਹਾਂ। ਆਜੋ ਸਾਡੇ ਨਾਲ। ਸਤਿ ਸ਼੍ਰੀ ਅਕਾਲ ਬਾਈ ਜੀ, ਕੀ ਹਾਲ ਆ ਵੱਡੇ ਵੀ? ਠੀਕ ਹੈ ਜੀ, ਚੜ੍ਹਦੀ ਕਲਾ ਜੀ, ਕਿਰਪਾ ਮਾਲਕ ਦੀ। ਅੱਛਾ ਬਾਈ, ਜਦੋਂ ਅਸੀਂ ਆਏ ਤਾਂ ਸਭ ਤੋਂ ਪਹਿਲਾਂ ਤੁਹਾਡਾ ਘਰ ਜਿਹੜਾ ਜ਼ਮੀਨਾਂ ਦੇ ਵਿੱਚ ਖੇਤਾਂ 'ਚ ਨਜ਼ਰ ਆਇਆ। ਹਾਂਜੀ ਹਾਂਜੀ। ਤੇ ਜਿਵੇਂ ਅਸੀਂ ਦਰਸ਼ਕਾਂ ਨੂੰ ਦੱਸ ਕੇ ਹਟਿਆ ਕਿ ਮੇਰਾ ਖਿਆਲ ਪੰਜਾਬ ਦਾ ਪਹਿਲਾ ਪਿੰਡ ਹੋਊ ਜਿਹਦਾ ਸਰਕਾਰੀ ਰਿਕਾਰਡ ਦੇ ਵਿੱਚ ਜ਼ਮੀਨ ਨਹੀਂ ਹੈ ਨਹੀਂ ਜੀ। ਤੇ ਜਿਵੇਂ ਤੁਸੀਂ ਵੀ ਖੇਤ ਦੇ ਵਿੱਚ ਬੈਠੇ ਹੋ, ਹਾਂਜੀ ਹਾਂਜੀ, ਕਿਵੇਂ ਚੱਲਦਾ ਤੁਹਾਡਾ ਇਹ ਜ਼ਮੀਨ ਦਾ? ਕਿਵੇਂ ਬਿਨਾਂ ਰਿਕਾਰਡ ਤੋਂ ਕਿਵੇਂ ਪਿੰਡ ਚੱਲੀ ਜਾ ਰਿਹਾ? ਸਾਡਾ ਵੀ ਜਿਵੇਂ ਜਿੱਥੇ ਅਸੀਂ ਬੈਠੇ ਆ ਇਹ ਵੀ ਸਾਡੀ ਖਰੀਦੀ ਹੋਈ ਆ। ਅੱਛਾ। ਤੇ ਜਾਨੀ ਪਿਓ ਦਾਦਾ ਦੀ ਹਨਾ ਵੀ ਖਰੀਦੀ ਹੋਈ ਆ। ਤੇ ਜਿਹੜਾ ਸਾਡਾ ਜਾਨੀ ਪਿੰਡ ਦਾ ਗਾ ਵੀ ਜਿਵੇਂ ਆਪਾਂ ਕਹਿ ਦਈਏ ਵੀ ਬਦਕਿਸਮਤ ਹੋਈ ਆ। ਅੱਛਾ ਜੀ। ਬਦਕਿਸਮਤੀ ਜਿਵੇਂ ਮਤਲਬ ਪਹਿਲਾਂ ਕਿਸਮਤ ਵਾਲੇ ਸੀ। ਮੈਂ ਪਿੰਡ ਤੋਂ ਸਕੂਲ ਬਣਿਆ ਹੋਇਆ ਸੀ, ਆਸੇ ਪਾਸੇ ਪਿੰਡਾਂ ਦੇ ਪੜ੍ਹਨ ਆਉਂਦੇ ਸੀਗੇ। ਜੀ ਜੀ ਜੀ। ਤੇ ਪਰ ਸਾਡੇ ਬਾਹਲੇ ਸਿਆਣੇ ਕਰਕੇ ਸਾਡੇ ਪੰਗਾ ਪੈ ਗਿਆ। ਜਦੋਂ ਬਾਈ ਜਿਵੇਂ 1952 ਤੋਂ ਲੈ ਕੇ 62 ਤੱਕ ਕਹਿੰਦੇ ਮੁਰੱਬੇਬੰਦੀ ਹੁੰਦੀ ਆ, ਤੁਹਾਨੂੰ ਵੀ ਬਜ਼ੁਰਗ ਦੱਸਦੇ ਹੋਣਗੇ ਉਦੋਂ ਪੂਰੇ ਪੰਜਾਬ ਦੇ ਜਿਹੜੇ ਪਿੰਡਾਂ ਦੀ ਸਾਰੀਆਂ ਜ਼ਮੀਨਾਂ ਦੀ ਮੁਰੱਬੇਬੰਦੀ ਹੋਈ ਹੈ। ਕਿੱਥੇ ਰਾਹ ਛੱਡਣਾ, ਕਿੱਥੇ ਸ਼ਾਮਲਾਟ ਛੱਡਣੀ, ਕਿੱਥੇ ਪਿੰਡ ਨੂੰ ਜਗ੍ਹਾ ਦੇਣੀ ਹੈ, ਕਿੱਥੇ ਜ਼ਮੀਨਾਂ ਕੱਟਣੀਆਂ, ਕਿੱਥੇ ਪਿੰਡ ਕੱਟਣਾ, ਸਾਰਾ ਉਦੋਂ ਬਣਾਇਆ ਗਿਆ ਸੀ ਜਿੰਨਾ ਕੁ ਹੋ ਸਕਿਆ। ਤੇ ਉਸ ਵਕਤ ਫਿਰ ਤੁਹਾਡੇ ਪਿੰਡ ਦੇ ਲੋਕਾਂ ਨੇ ਕੀ ਕੋਈ ਵਿਰੋਧ ਕੀਤਾ ਜਾਂ ਕੀ ਕਾਰਨ ਬਣਿਆ? ਨਹੀਂ ਸ਼ਾਇਦ ਜਿਵੇਂ ਆਪਾਂ ਸੁਣਦੇ ਹੁੰਦੇ ਹਨਾ, ਜਿਵੇਂ ਮੰਨ ਲਾ ਪਹਿਲਾਂ ਮੇਰਾ ਦਾਦਾ ਸਰਪੰਚ ਹੁੰਦਾ ਸੀਗਾ। ਜੀ ਜੀ। ਤੇ ਜਿਵੇਂ ਪਿਓ ਹੁਣ ਪਿਤਾ ਜੀ ਦੱਸਦੇ ਸੀਗੇ ਵੀ ਆਪਣੇ ਜਦੋਂ ਮੰਨ ਲਾ ਮੁਰੱਬੇਬੰਦੀ ਹੋਣ ਲੱਗੀ ਜੀ ਜੀ ਕੋ ਸਾਡੇ ਜਾਨੀ ਤਕੜੇ ਘਰ ਸੀਗੇ। ਅੱਛਾ। ਉਹਨੂੰ ਜਿਵੇਂ ਆਪਣਾ ਆਮ ਸਾਰੇ ਪਿੰਡਾਂ 'ਚ ਪੰਚਾਇਤ ਦੀ ਪੈਲੀ ਆ ਹਨਾ, ਵੀ ਜਿਵੇਂ ਸੁਣਨ ਅਨੁਸਾਰ ਮੈਂ ਦੱਸਦਾ ਵੀ ਉਹ ਕਹਿੰਦੇ ਵੀ ਇਹਨਾਂ ਕੋਲ 2 ਜਰੀਬਾਂ ਸੀ ਜਦੋਂ ਪੈਲੀ ਮਿਲਦੇ ਸੀ। ਅੱਛਾ। ਵੀ 2 ਜਰੀਬਾਂ ਵੀ ਜਿਹੜਾ ਆਮ ਬੰਦੇ ਆ ਉਹਨਾਂ ਦੀ ਹੋਰ ਜਰੀਬ ਨਾ ਮਿਲਣੀ, ਦੂਜਿਆਂ ਦੀ ਹੋਰ ਨਾ ਮਿਲਣੀ, ਜਾਂ ਸੀਗੀ ਜਾਂ ਨਹੀਂ ਸੀ। ਲੋਕਾਂ ਨੂੰ ਸ਼ੱਕ ਪੈ ਗਈ ਇਸ ਗੱਲ ਤੇ। ਜੀ ਜੀ। ਤੇ ਸ਼ੱਕ ਪੈ ਗਈ ਤਾਂ ਕਿਉਂਕਿ ਜਦੋਂ ਘਪਲੇ ਵਾਲੀ ਪੈਲੀ ਉਹ ਵਿੱਚ ਰੁਕ ਗਈ। ਜੀ ਜੀ। ਪੈਲੀ ਬਾਹਰ ਨਾ ਨਿਕਲੀ, ਵਾਲਾ ਕਹਿੰਦੀ ਨਹੀਂ ਪੈਲੀ ਸੀਗੀ ਪੰਚਾਇਤ ਦੀ, ਜਾਂ ਜਿਵੇਂ 47 ਤੋਂ ਬਾਅਦ ਦੱਸਣਾ ਵੀ ਇਹ ਕਿੱਧਰ ਗਈ ਪੈਲੀ। ਇਹ ਬਿਲਕੁਲ ਬਿਲਕੁਲ ਰੌਲਾ ਪੈਂਦਾ ਜਿਵੇਂ ਤੁਹਾਨੂੰ ਦੱਸ ਕੇ ਹਟਿਆ ਵੀ ਆਪਣੇ ਸਕੂਲ ਕਰਕੇ ਲੋਕ ਪੜ੍ਹੇ ਲਿਖੇ ਵੀ ਸੀਗੇ। ਅੱਛਾ। ਤੇ ਉਹਨਾਂ ਨੇ ਕੋਰਟ ਦਾ ਜਾ ਕੇ ਦਰਵਾਜ਼ਾ ਖੜਕਾਤਾ। ਅੱਛਾ। ਫਿਰ ਕੁਛ ਘਰ ਸੀਗੇ ਜਾਨੀ ਜਿਹੜੇ ਮੰਨ ਲਾ ਵੀ ਇੱਕ ਪਾਸੇ ਸੀ, ਸਾਰਾ ਪਿੰਡ ਇੱਕ ਪਾਸੇ ਸੀ ਵੀ ਘਪਲੇ ਵਾਲੀ ਪੈਲੀ ਕਢਾਉਣੀ ਆ। ਅੱਛਾ। ਇਹ ਚੱਲਦਾ ਜਦੋਂ ਚੱਲੀ ਗਿਆ ਤੇ ਮੁੜ ਕੇ ਥੋੜੇ ਸਾਲ ਪਿੱਛੇ ਜੀ ਤੇ ਉਹਨਾਂ ਨੇ ਕੀਤਾ ਵੀ ਇਹ ਇੱਕ ਪਾਸੇ ਕੇਸ ਚਲਿਆ ਗਿਆ। ਜੀ।
ਤੇ ਜਦੋਂ ਉੱਥੇ ਇਹਨਾਂ ਨੇ ਕੋਰਟ 'ਚ ਨਾ ਕੀਤੀ ਤੇ ਕੇਸ ਚੱਲੀ ਗਿਆ। ਜੀ ਜੀ ਆਜੋ। ਉਹਨਾਂ ਨੇ ਕੀ ਕੀਤਾ, ਉਹਨਾਂ ਜਾਣੀ ਕੇਸ ਚੱਲਦੇ ਚੱਲਦੇ ਵੀ ਅੱਧਾ ਪਿੰਡ ਇੱਕ ਪਾਸੇ, ਕੁਛ ਘਰ ਇੱਕ ਪਾਸੇ। ਅੱਛਾ। ਜਿਹਦਾ ਕੇਸ ਚੱਲਦਾ ਮੁੜ ਕੇ ਉਹ ਜਿੱਤ ਗਏ। ਜਿੱਤੇ ਵੇ ਡਿਗਰੀ ਹੋ ਗਿਆ ਹਨਾ। ਅੱਛਾ। ਫਿਰ ਉਦੋਂ ਬਾਅਦ 'ਚ ਕੀ ਹੋਇਆ, ਕਹਿੰਦੇ ਬਈ ਕਿਸੇ ਨੇ ਕਹਿਤਾ ਵੀ ਆਪਣੇ ਪਿੰਡ ਤਾਂ ਵੀ ਪੈਲੀਆਂ ਸਾਰੀਆਂ ਖੋਹ ਲੈਣਗੀਆਂ। ਅੱਛਾ। ਜਿਹੜੀਆਂ 1947 ਦੇ ਬਾਅਦ ਵਾਲੀਆਂ ਵੀ ਪੁਰਾਣੇ 1938 ਵਾਲੇ ਨੰਬਰਾਂ 'ਚ ਰਹਿ ਜਾਣਗੀਆਂ। ਜੀ ਜੀ। ਫਿਰ ਸਾਡਾ ਅੱਧਾ ਪਿੰਡ ਇੱਕ ਪਾਸੇ ਹੋ ਗਿਆ, ਅੱਧਾ ਇੱਕ ਪਾਸੇ ਹੋ ਗਿਆ। ਦੋ ਧੜੇ ਬਣ ਗਏ। ਕਹਿਣ ਦਾ ਮਤਲਬ ਖਰੀਦੀ ਵਾਲੇ ਇੱਕ ਪਾਸੇ, ਵੇਚੀ ਵਾਲੇ ਇੱਕ ਪਾਸੇ। ਅੱਛਾ। ਜਾਣੀ ਵੇਚੀ ਵਾਲਿਆਂ ਦੇ ਮਨ 'ਚ ਇਹ ਆ ਗਈ ਵੀ ਅਸੀਂ ਪੈਲੀ ਵਾਪਸ ਕਰਾਉਣੀ ਹੈ। ਲੋਕ ਕਹਿਤਾ ਵੀ ਹਾਂ ਵਾਪਸ ਕਰਾਉਣਗੇ ਤੇ ਉਹਦਾ ਕਰਕੇ ਪੈਸੇ ਇਕੱਠੇ ਕੀਤੇ ਤੇ ਅੱਧਾ ਪਿੰਡ ਇੱਕ ਪਾਸੇ ਨੂੰ ਤੁਰ ਪਿਆ, ਇੱਕ ਪਾਸੇ ਨੂੰ ਤੁਰ ਪਿਆ। ਅੱਛਾ। ਤੇ ਕੁਛ 1984 ਸਾਡੀਆਂ ਰਜਿਸਟਰੀਆਂ ਖੋਲ ਵੀ ਦਿੱਤੀਆਂ ਸੀ, ਫੀਸ ਵੀ ਪੂਰੀ ਭਰੀ, ਰਜਿਸਟਰੀਆਂ ਹੋ ਗਈਆਂ, ਇੰਤਕਾਲ ਚੜ੍ਹ ਗਏ। ਅੱਛਾ। ਪਰ ਕੋਰਟ ਦੇ ਆਰਡਰ ਸੀਗੇ ਤੇ ਉਹ ਨਹੀਂ ਹਨਾ ਬਹਾਲ ਨਹੀਂ ਹੋ ਸਕੇ। ਹੁਣ ਅਸੀਂ ਨਾ ਕੋਈ ਲਿਮਟ ਨਾ ਕੁਝ ਨਹੀਂ ਕਰ ਸਕਦੇ, ਬਸ ਸਾਡੇ ਸਟੇ ਆ ਨੰਬਰ ਸਾਰੇ। ਮੈਂ ਇਸੇ ਗੱਲ ਤੇ ਆਉਣਾ ਚਾਹੁੰਦਾ ਸੀ, ਜਿਵੇਂ ਅੱਜ ਕੱਲ ਕਿਸਾਨ ਲਿਮਟਾਂ ਬਣਾਉਂਦੇ ਹੈਗੇ, ਜਿਵੇਂ ਹੁਣ ਇਹ ਕਾਨੂੰਨ ਹੈਗਾ ਕਿ ਤੁਸੀਂ ਆਪਣੀ ਫਸਲ ਵੇਚਣੀ ਆ ਤਾਂ ਤੁਸੀਂ ਆਪਣੀਆਂ ਫਰਦਾਂ ਦਿਓਗੇ, ਫਿਰ ਉੱਥੇ ਕਿਵੇਂ ਤੁਸੀਂ ਡੀਲ ਕਰਦੇ ਹੋ? ਜਿਵੇਂ ਕੋਈ ਲੋਨ ਉਹਦਾ ਡੀਲ ਸਾਡੀ ਤੁਹਾਨੂੰ ਦੱਸਾਂ ਸਾਡੀ ਬਦਕਿਸਮਤੀ ਆ, ਨਾ ਤਾਂ ਅਸੀਂ ਲੋਨ ਲੈ ਸਕਦੇ ਆ, ਨਾ ਅਸੀਂ ਕੋਈ ਮੰਨ ਲਾ ਜਿਵੇਂ ਲਿਮਟ ਬਣਾਉਣੀ ਆ ਅਸੀਂ ਕੁਝ ਨਹੀਂ ਕਰ ਸਕਦੇ, ਸਾਨੂੰ ਆਦੀ ਪੈਲੀ ਵੇਚ ਕੇ ਕਰਨਾ ਪੈਂਦਾ। ਅੱਛਾ। ਤੇ ਜਿਵੇਂ ਹੁਣ ਸਭ ਤੋਂ ਵੱਡਾ ਘਾਟਾ ਪਿਆ, ਜਿਵੇਂ ਆਮ ਪਿੰਡਾਂ ਜਿਵੇਂ ਹੁਣ ਕਹਿ ਵੀ ਰਹੀ ਆ ਗਵਰਨਮੈਂਟ ਵੀ ਆਪਾਂ ਕਰਜ਼ੇ ਮਾਫ ਕਰਨੇ ਆ, ਜੀ ਜੀ ਜੀ, ਸਾਡੇ ਇੱਕ ਪੈਸਾ ਨਹੀਂ ਮਾਫ ਹੁੰਦਾ। ਕਹਿਣਗੇ ਤੁਹਾਡੇ ਬਈ ਜਿਹੜੇ ਕਰਜ਼ਾ ਤੁਸੀਂ ਵੀ ਨੰਬਰ ਹੈ ਨਹੀਂ ਤੁਹਾਡੇ। ਜੀ ਜੀ ਜੀ, ਪੈਲੀ ਤੇ ਹੋਣੇ ਆ ਨਾ। ਬਿਲਕੁਲ ਬਿਲਕੁਲ। ਤੇ ਪੈਲੀ ਸਾਡੇ ਨਾਂ ਵਿਸਵਾਂ ਘਰ ਵੀ ਆ ਜੀ, ਤੇ ਸਾਡੇ ਨਾਂ ਨਹੀਂ ਇਹ। ਅੱਛਾ। ਇਹ ਜਿਹੜੀ ਏਡੀ ਕੋਠੀ ਆ ਜਿਵੇਂ ਪੂਰਾ ਬਲਦ ਬੁਲਦ ਬਸ ਹਵਾ 'ਚ ਹੀ ਆ, ਸਾਰਾ ਹਵਾ 'ਚ ਹੀ ਬਣਾਈ ਬੈਠੇ ਜੇ ਕੀ ਪਤਾ ਹੁਣ ਸਰਕਾਰਾਂ ਦਾ ਹਨਾ ਵੀ ਸਭ ਖਰੀਦੀ ਵੀ ਆ, ਉਹ ਤਾਂ ਕਹਿੰਦੇ ਅਸੀਂ ਵੇਚੀ ਨਹੀਂ, ਕਰਾਰਨਾਮੇ ਤੇ ਹੀ ਆ। ਜਿਵੇਂ ਤੁਸੀਂ ਦੱਸਿਆ ਸੀ ਕਿ ਅਸੀਂ ਘਰ ਦੇ ਮੂਹਰੇ ਵੀ ਜਗ੍ਹਾ ਲਈ ਸੀ, ਮੇਰਾ ਖਿਆਲ ਇਹਦੀ ਗੱਲ ਹੀ ਕਰਦੇ ਸੀ। ਹਾਂਜੀ ਹਾਂਜੀ ਹਾਂਜੀ। ਤੇ ਇਹ ਲੈਣ ਵੇਲੇ ਕੀ ਫਿਰ ਤੁਸੀਂ ਫੰਡਾ ਅਪਣਾਇਆ ਸੀ? ਕੀ ਸੀਗਾ ਵੀ ਆਪਾਂ ਜ਼ਮੀਨ ਹਰਬੰਸ ਸਿੰਘ ਨੇ ਲੈ ਲਈ ਆ? ਹਾਂਜੀ, ਉਹਦਾ ਕਰਾਰਨਾਮਾ ਹੁੰਦਾਗਾ ਜੀ। ਅੱਛਾ। ਉਹਦਾ ਕਰਾਰਨਾਮਾ ਵੀ ਉਹਦਾ 3 ਸਾਲ ਦੀ ਮਿਆਦ ਹੀ ਹੁੰਦੀ ਹੈ ਉਹਦੀ। ਅੱਛਾ। ਪਰ ਦੇਖੋ ਦੇਖੀ ਜੇ ਮੈਂ ਨਹੀਂ ਲੈਂਦਾ ਕਿਸੇ ਨੇ ਹੋਰ ਲੈ ਲੈਣਾ ਜੀ, ਵੀ ਤੂੰ ਆਪਾਂ ਹੀ ਕਿਉਂ ਨਾ ਲੈ ਲਈਏ। ਅੱਛਾ, ਵੀ 3 ਸਾਲ ਦੀ ਉਹਦੀ ਮਿਆਦ ਹੁੰਦੀ ਉਹ ਵੈਸੇ ਕਰਾਰਨਾਮਾ ਕੋਈ ਵੀ ਆਪਾਂ ਕਰਦੇ ਆ ਕਿਸੇ 3 ਸਾਲ ਦੀ ਹੁੰਦੀ ਆ, ਆਪਾਂ ਐਗਰੀਮੈਂਟ ਕਰਦੇ ਆ ਕੁਝ ਵੀ ਕਰਦੇ ਆ ਉਹਦੇ 3 ਸਾਲ ਦੀ ਹੁੰਦੀ ਹੈ ਹਨਾ। ਤੇ ਆਪਾਂ ਪਰ ਨੋਟ ਵੀ ਉਹ ਵੀ 3 ਸਾਲ ਦੀ। ਬਿਲਕੁਲ ਬਿਲਕੁਲ। ਪਰ ਉਹ ਮੰਨਦੇ ਆ ਵੀ ਕਰਾਰਨਾਮਾ ਵੀ 3 ਸਾਲ ਦੀ ਹੁੰਦੇ ਨੇ, ਕਿਸੇ ਨੇ ਕਰਾਰ ਕਰਦੇ ਆ ਹਨਾ 3 ਸਾਲ ਦੇ ਅੰਦਰ ਅੰਦਰ ਹੀ ਹੁੰਦਾਗਾ। ਜੀ ਜੀ ਜੀ। ਤੇ ਵੀ ਆਪਾਂ ਇਹ ਨਾ ਆਪਾਂ ਨਾ ਕੀਤਾ ਕਿਸੇ ਨੇ ਹੋਰ ਕਰ ਲੈਣਾ, ਵੀ ਤੂੰ ਆਪਾਂ ਹੀ ਕਿਉਂ ਨਾ ਕਰ ਲਈਏ। ਮਤਲਬ ਇਹ ਬਸ ਰਿਸਕ ਦੇ ਕੇ ਕਰਦੇ ਨੇ, ਉਹ ਕੁਛ ਰਿਸਕ ਹੀ ਆ ਪੂਰਾ ਹੀ। ਹਾਂ, ਆਪਦੀ ਜਿਹੜੀ ਦਹਾਨ ਹੁੰਦੀ ਸਾਡੇ ਐ ਨਹੀਂ ਵੀ ਸਾਡਾ ਹੋ ਜੂ ਕੁਛ। ਬਾਈ ਜੀ, ਜਿਵੇਂ ਸਰਪੰਚ ਸਾਹਿਬ ਅਗਲੀ ਗੱਲ ਮੇਰੇ ਦਿਮਾਗ 'ਚ ਇਹ ਆਉਂਦੀ ਆ ਵੀ ਜਿਵੇਂ ਆਪਾਂ ਕਹਿੰਦੇ ਹੁੰਦੇ ਆ ਬਈ ਪਿੰਡਾਂ ਦੇ ਵਿੱਚ ਜ਼ਮੀਨ ਵਿਕਦੀ ਆ ਭਾਈ ਰੋਡ ਤੇ ਆ, ਜਿਹੜੀ ਜ਼ਮੀਨ ਬਹੁਤ ਮਹਿੰਗੀ ਆ, ਜਿਹੜੀ ਕੱਚੀ ਪਹੀ ਤੇ ਉਹ ਉਦੋਂ ਘੱਟ ਆ, ਤੇ ਜਿਹੜੀ ਘਰਾਂ ਵਾਲੀ ਆ ਉਹ ਤਾਂ ਫਿਰ ਸੋਨੇ ਵਰਗੀ ਜ਼ਮੀਨ ਹੁੰਦੀ ਆ। ਤੁਹਾਡੇ ਜ਼ਮੀਨਾਂ ਦਾ ਰੇਟ ਕਿਵੇਂ ਲੱਗਦਾਗਾ ਫਿਰ? ਉਹ ਵੀ ਮੂੰਹ ਮੰਗਾ ਹੀ ਹੁੰਦਾ ਜਾਂ ਕੀ? ਨਹੀਂ, ਸਾਡੇ ਤਾਂ ਸਮਝ ਲਓ ਮਿੱਟੂ ਹੀ ਆ, ਜਿਹੜਾ ਫਸਿਆ ਹੁੰਦਾ ਬੰਦਾ ਉਹ ਫਸਿਆ ਪਈ ਆ। ਅੱਛਾ। ਜਿਹੜਾ ਦੂਜਾ ਬੰਦਾ ਉਹਨੂੰ ਐ ਹੁੰਦਾ ਵੀ ਉਹਨੂੰ ਤਾਂ ਪੈਸੇ ਦੀ ਲੋੜ ਆ ਹਨਾ, ਤੇ ਜਿਹੜਾ ਫਸਿਆ ਪਿਆ ਉਹਨੂੰ ਤਾਂ ਹੱਥੋਂ ਬੰਦਾ ਸਿੱਟ ਕੇ ਲੈਂਦਾ ਜੋ ਲੈਂਦਾ ਗਾ। ਬਿਲਕੁਲ। ਹਾਂ, ਜਿਹੜੇ ਪਿੰਡ 'ਚ ਸਾਡੇ ਪਲੀ ਮਤਲਬ ਆਪਾਂ ਘਰਾਂ ਦਾ ਕਹਿ ਦਿੰਨੇ ਆ, ਉੱਥੇ ਆ ਲੱਗਣਾ ਵੀ ਆਪਾਂ ਕਬਜ਼ਾ ਕਰ ਲੈਣਾ, ਉਹ ਜ਼ਰੂਰ ਥੋੜੇ ਰੇਟ 'ਚ ਹੈਗੇ ਆ। ਤਾਂ ਜਿਵੇਂ ਮੰਨ ਲਾ ਜੇ ਪਾਸੇ 15-16 ਸਾਡੇ 7-8 ਲੱਖ ਨੂੰ ਹੀ ਆ। ਅੱਛਾ, ਜਾਨੀ ਉਹਦਾ ਕੋਈ ਉਹ ਰੇਟ ਨਹੀਂ ਹੈਗਾ? ਉਹ ਰੇਟ ਨਹੀਂ, ਬਾਕੀ ਉਹਨੂੰ ਪਤਾ ਇੱਥੇ ਲੈ ਕੇ ਕਰਾਂਗੇ। ਬਾਹਰਲਾ ਵਪਾਰੀ ਸਾਡੇ ਆਇਆ ਹੀ ਨਹੀਂ। ਜਿਵੇਂ ਹੁਣ ਬਾਹਰ ਆ ਪਿੰਡਾਂ ਜਿਵੇਂ ਮੰਨ ਲਾ ਲੁਧਿਆਣੇ ਵਾਲਾ ਵਪਾਰੀ ਆਇਆ ਹਨਾ, ਜਿਵੇਂ ਆਮ ਸਾਡੇ ਸਾਰੇ ਏਰੀਏ 'ਚ ਜਾਨੀ ਪੂਰੀ ਜਾਨੀ 70-80 ਲੱਖ ਨੂੰ ਵੀ ਕਿੱਲਾ ਹੋ ਗਿਆ ਸੀ ਹਨਾ, ਤੇ ਸਾਡੇ ਉਹੀ 7-8 ਲੱਖ ਹੀ। ਅੱਛਾ, ਤੁਹਾਡੇ ਫਿਰ ਉਹ ਰੇਟ ਨਹੀਂ ਲਾ ਰਿਹਾ ਕਿਉਂਕਿ ਬਾਹਰਲਾ ਵਪਾਰੀ ਆਉਂਦਾ ਹੀ ਨਹੀਂ ਸਾਡੇ। ਬਿਲਕੁਲ ਜੀ ਜੀ। ਤੇ ਬਸ ਸਾਡੇ ਤੇ ਉਹ ਵੀ ਨਾ ਕੋਈ ਅਸੀਂ ਆਦਾ ਕੋਈ ਪੰਪ ਅਸੀਂ ਲਾ ਸਕਦੇ, ਕੋਈ ਜਾਨੀ ਮੰਨ ਲਾ ਕੋਈ ਆਦਾ ਜਾਨੀ ਉਹ ਕਰ ਨਹੀਂ ਸਕਦੇ ਵੀ ਜਿਹਦੇ ਸਾਨੂੰ ਅਸੀਂ ਡਾਕੂਮੈਂਟ ਹੀ ਨਹੀਂ ਪੂਰੇ ਕਰ ਸਕਦੇ। ਜੀ ਜੀ ਜੀ, ਬਿਲਕੁਲ ਬਿਲਕੁਲ। ਬਾਈ ਜੀ, ਮੈਂ ਕਹਿੰਦਾ ਵੀ ਆਪਾਂ ਕੁਝ ਪਿੰਡ ਵਾਲਿਆਂ ਨੂੰ ਵੀ ਮਿਲੀਏ, ਥੋੜੀਆਂ ਬਹੁਤੀਆਂ ਗੱਲਾਂ। ਬਾਕੀ ਕਿਉਂਕਿ ਉਹਨਾਂ ਨੂੰ ਪਤਾ ਹਨਾ, ਪਿੰਡ ਵਾਲੇ ਜਿਹੜੇ ਬਜ਼ੁਰਗ ਆ, ਅਸੀਂ ਤਾਂ ਕਿਉਂਕਿ ਨਿਆਣੇ ਆ ਹਨਾ, ਬਾਕੀ ਸਾਰੇ ਉਹਨਾਂ ਨੂੰ ਪਤਾ, ਆਪਾਂ ਤੁਹਾਨੂੰ ਜਾ ਕੇ ਬੁਲਾ ਦਿੰਦੇ ਉਹਨਾਂ ਨੂੰ ਜੀ। ਆਪਾਂ 2-4 ਬੰਦਿਆਂ ਨੂੰ ਉਹਨਾਂ ਨੂੰ ਜ਼ਰੂਰ ਮਿਲਦੇ ਆ। ਠੀਕ ਹੈ ਜੀ। ਦੋਸਤੋ, ਇਸ ਵਕਤ ਪਿੰਡ ਦੀ ਸੱਸ ਦੇ ਵਿੱਚ ਪਹੁੰਚ ਚੁੱਕੇ ਆ। ਸਰਪੰਚ ਸਾਹਿਬ ਸਾਡੇ ਨਾਲ ਨੇ, ਤੇ ਸਭ ਤੋਂ ਪਹਿਲਾਂ ਆਪਾਂ ਸਰਪੰਚ ਸਾਹਿਬ, ਕੀ ਨਾਂ ਇਹਨਾਂ ਬਜ਼ੁਰਗਾਂ ਦਾ? ਬਲਦੇਵ ਸਿੰਘ ਨਾਲ ਗੱਲਬਾਤ ਕਰਦੇ ਆ। ਬਾਬਾ ਜੀ, ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਜੀ। ਸਾਡੀ ਅੱਜ ਦੀ ਕੋਸ਼ਿਸ਼ ਇਹ ਹੈ ਕਿ ਜਿਸ ਤਰ੍ਹਾਂ ਮਾਨਯੋਗ ਅਦਾਲਤ ਦੇ ਵਿੱਚ ਵੀ ਇਹ ਜਿਹੜਾ ਕੇਸ ਤੁਹਾਡੇ ਪਿੰਡ ਦਾ ਚੱਲ ਰਿਹਾ, ਪਹਿਲਾਂ ਵੀ ਚੱਲਦਾ ਆਇਆ, ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ? ਪਿੰਡ ਦੀ ਜ਼ਮੀਨ ਹੈ ਜਿਹੜੀ ਉਹ ਸਰਕਾਰੀ ਰਿਕਾਰਡ 'ਚ ਜਿਵੇਂ ਨਹੀਂ ਹੈ, ਕੀ ਦੁੱਖ ਤਕਲੀਫ ਆ ਪਿੰਡ ਨੂੰ? ਇਹ ਦੁੱਖ ਤਕਲੀਫ ਹੈ ਜੀ, ਜਿਹੜੀ ਮਰਬੇਬੰਦੀ ਹੋਈ ਸੀ ਸਾਡੇ 47 ਜੋ ਗਲਤ ਹੋਈ ਸੀ, ਉਹਦੇ ਮੁਤਾਬਕ ਬਜ਼ੁਰਗਾਂ ਨੇ ਕੇਸ ਕਰਤਾ ਵੀ ਇਹ ਗਲਤ ਆ। ਉਹ ਕੋਰਟ ਨੇ ਫੇਲ ਕਰਤੀ ਮਰਬੇਬੰਦੀ। 53 ਦੇ ਵਿੱਚ ਨਾਲ ਸਟੇ ਵੀ ਹੋ ਗਿਆ ਸੀ ਵੀ ਬੈਗਾਨੇ ਨਾ ਕੋਈ ਲਿਓ। ਤੇ ਇਹ ਓਵਰ ਹੋਈ ਆ ਸਾਰੀ ਕੋਰਟ ਦੇ ਉੱਤੋਂ ਦੀ, ਜ਼ਬਰਦਸਤੀ ਨਾਲ ਖਰੀਦੀ ਗਈ ਆ। ਤੇ ਉਹਦੀ ਬਾਬਤ ਇਹ ਕੇਸ ਚੱਲਦਾ ਸੀ। ਹੁਣ ਕੇਸ ਕਰਨੀਓ ਉਧਰ ਹੋ ਗਿਆ ਵੀ ਆਰਡਰ ਹੋ ਗਿਆ ਵੀ ਤੁਸੀਂ ਇਹਨੂੰ ਨੰਬਰ ਦਿਓ, ਤੇ ਉਹ ਨੰਬਰ ਹੁਣ ਗਰੀਬ ਬੰਦਿਆਂ ਨੂੰ ਡਰਾ ਕੇ ਕੋ ਆਪਦੇ ਇੰਤਕਾਲ ਕਰਾਉਣ ਜਾਣ ਨਹੀਂ ਦਿੰਦੇ, ਤੇ ਉਹ ਡਰੇ ਵੇ ਆ ਵੀ ਸਾਨੂੰ ਕਿਹੜਾ ਮਿਲਣੀ ਆ।
ਤੇ ਉਹ ਕੋਰਟ ਕੰਨਿਓ ਆਰਡਰ ਆ ਵੀ ਇੰਤਕਾਲ ਕਰਾ ਕੇ ਇਹਨਾਂ ਨੂੰ ਪੈਲੀਆਂ ਦਿਓ। ਹਾਂਜੀ। ਇਹਦਾ ਮਤਲਬ ਜਿਹੜਾ ਦੋਸਤੋ ਕੋਰਟ ਦੇ ਵਿੱਚ ਵੀ ਜਿਵੇਂ ਮਾਨਯੋਗ ਅਦਾਲਤ ਦੇ ਵਿੱਚ ਵੀ ਇਹ ਜਿਹੜੀ ਪੂਰੀ ਗੱਲਬਾਤ ਹੈ ਤੇ ਪੂਰੇ ਨਗਰ ਨਿਵਾਸੀ ਨੇ ਇੱਥੇ ਜਦੋਂ ਅਸੀਂ ਆਏ ਸੀ ਤਾਂ ਜਿਹੜੀਆਂ ਅਲੱਗ-ਅਲੱਗ ਧਿਰਾਂ ਨੇ, ਕੋਈ ਕਹਿੰਦਾ ਸਾਡੇ ਬਜ਼ੁਰਗਾਂ ਨੇ ਜ਼ਮੀਨ ਵੇਚੀ ਹੈ, ਕੋਈ ਕਹਿੰਦਾ ਅਸੀਂ ਲਈ ਆ। ਆਪਾਂ ਸਾਰਿਆਂ ਦਾ ਪੱਖ ਜਾਣਨ ਦੀ ਕੋਸ਼ਿਸ਼ ਕਰਾਂਗੇ। ਬਾਈ ਜੀ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਜਿਵੇਂ ਤੁਸੀਂ ਕਹਿੰਦੇ ਸਾਡੇ ਕੋਲੇ ਕੁਝ ਫਰਦਾਂ ਵੀ ਨੇ ਜਿਨ੍ਹਾਂ ਤੇ ਜਿਹੜੀਆਂ ਸਟੈਂਪਾਂ ਵੀ ਲੱਗੀਆਂ ਹੋਈਆਂ ਵੀ ਜਿਵੇਂ ਸਾਡੇ ਹੱਕ ਦੇ ਵਿੱਚ ਉਹ ਗੱਲਾਂ ਬਾਤਾਂ ਹੋਈਆਂ ਨੇ। ਦੇਖੋ ਜੀ, ਪਹਿਲਾਂ ਕੇਸ ਚੱਲਦਾ ਸੀਗਾ ਜੀ 47-48 ਤੋਂ ਬਾਅਦ ਇਹ 54 'ਚ ਡਿਗਰੀ ਹੋ ਗਈ ਜੀ। ਡਿਗਰੀ ਹੋਣ ਤੋਂ ਬਾਅਦ ਮੱਲੇ ਦੀ ਜਦੋਂ ਡਿਗਰੀ ਹੋ ਗਈ ਤਾਂ ਉਹ ਡਿਗਰੀ ਇੰਪਲੀਮੈਂਟ ਹੀ ਨਹੀਂ ਹੋਈ ਜੀ ਹੁਣ ਤਾਈਂ। ਹਾਂ ਜੀ, ਉਹਨੂੰ ਸਰਕਾਰਾਂ ਨੇ ਲਾਗੂ ਹੀ ਨਹੀਂ ਕੀਤਾ ਜੀ। ਸਰਕਾਰ ਨੇ ਮਤਲਬ ਲਮਕਦਾ ਚੱਲਿਆ ਆ ਰਿਹਾ। 53 ਤੋਂ ਇਹ ਲੰਮਕਦੀ ਚੱਲਦੀ ਆ ਰਹੀ ਹੈ ਜੀ। ਕੁਛ ਨੰਬਰਾਂ ਦੇ 88 ਤੱਕ ਰਜਿਸਟਰੀਆਂ ਵੀ ਹੋਈ ਜਾ ਰਹੀਆਂ। ਉਹ ਹੁਣ 88 ਤੋਂ ਬਾਅਦ ਐਫੀਡੇਵਿਟ ਕੋਰਟ 'ਚ ਡੀਸੀ ਨੇ ਦੇਤਾ ਜੀ, ਜਿਹੜਾ 47 ਤੋਂ ਬਾਅਦ ਜੋ ਕੁਛ ਸਭ ਕੁਝ ਮੈਂ ਖਤਮ ਕਰਤਾ ਜੀ। ਇਹ ਸੈਟੀਸਫਾਈਡ ਕਰਤਾ ਜੀ। ਜਿਹੜਾ ਪੁਰਾਣਾ ਰਿਕਾਰਡ 1938-39 ਦੀ ਜਮ੍ਹਾਂਬੰਦੀ ਉਹ ਲਾਗੂ ਕਰਤੀ ਹੈ ਜੀ ਅੱਜ ਤੋਂ। ਉਹਨੇ 2012 'ਚ ਐਫੀਡੇਵਿਟ ਦਿੱਤਾ ਜੀ ਕੋਰਟ 'ਚ। ਉਹ ਕੋਰਟ ਦੇ ਵਿੱਚ ਐਫੀਡੇਵਿਟ ਦੇਣ ਤੋਂ ਬਾਅਦ ਉਹ ਲਾਗੂ ਹੋ ਗਈ ਜੀ। ਕੁਛ ਹੁਣ 13-14 ਇੰਤਕਾਲ ਵੀ ਕੋਰਟ 'ਚ ਕਰਕੇ ਦੇ ਚੁੱਕੀ ਆ ਜੀ ਤਹਿਸੀਲਦਾਰ ਸਾਹਿਬ, ਤੇ ਪਰ ਉਹਨਾਂ ਦੇ ਸਾਨੂੰ ਕਾਪੀਆਂ ਨਹੀਂ ਦੇ ਰਹੇ, ਨਾ ਉਸ ਤੋਂ ਬਾਅਦ ਹੋਰ ਕੁਝ ਕਰ ਰਹੇ ਆ ਜੀ। ਬਸ ਤਹਿਸੀਲਦਾਰ ਲਾਰੇ ਲਾਈ ਜਾ ਰਹੇ ਜੀ, ਡੀਸੀ ਲਾਰੇ ਰਹੇ ਜੀ, ਕੋਈ ਕੁਛ ਨਹੀਂ ਕੰਮ ਕਰ ਰਹੀ, ਨਾ ਸਰਕਾਰਾਂ ਕੋਈ ਧਿਆਨ ਦਿੰਦੀਆਂ ਜੀ ਇਹਦੇ ਵੱਲ। ਤੇ ਇਹ ਅਸੀਂ ਤਾਂ ਕਹਿੰਦੇ ਜੀ ਜਲਦੀ ਤੋਂ ਜਲਦੀ ਹੱਲ ਹੋਣਾ ਚਾਹੀਦਾ ਜੀ ਇਹ, ਕਿਉਂਕਿ ਸਾਰਾ ਪਿੰਡ ਦੁਖੀ ਆ ਜੀ। ਅੱਜ ਜਿਸ ਜਗ੍ਹਾ ਤੇ ਆਪਾਂ ਘਰੇ ਖੜੇ ਆ ਜੀ, ਆਹ ਜਗ੍ਹਾ ਵੀ ਨਾ ਹੈ ਨਹੀਂ ਜੀ ਕਿਸੇ ਦੀ, ਇਹ ਵੀ ਨੰਬਰਾਂ ਦੇ ਵਿੱਚ ਖਤਮ ਹੋ ਚੁੱਕੀ ਆ। ਪਿਛਲੇ ਪਾਸੇ ਪਿੰਡ ਆ ਜੀ, ਜਿਹੜਾ ਇਹ ਪਿੰਡ ਆ, ਇਹ ਪਿੰਡ ਹੈਗਾ ਮਤਲਬ ਨੰਬਰਾਂ ਦੇ ਵਿੱਚ ਉਹ ਬਾਹਰ ਆ ਜਾਂਦਾ ਜੀ। ਉਦੋਂ ਬਾਅਦ ਸਾਰੇ ਨੰਬਰ ਆ ਜੀ, ਇਹ ਕੋਰਟ 'ਚ ਇਸ ਟਾਈਮ ਲਿਖ ਕੇ ਸਰਕਾਰ ਦੇ ਚੁੱਕੀ ਆ ਵੀ ਅਸੀਂ ਇਹ ਖਤਮ ਕਰਤਾ ਜੀ ਸਾਰਾ ਕੁਝ। ਕੋਈ ਕਿਸੇ ਦੇ ਨਾਂ ਨਹੀਂ ਹੈਗਾ ਜੀ ਇਹ, ਕੋਈ ਇਹਦੀ ਤੁਹਾਨੂੰ ਜਮ੍ਹਾਂਬੰਦੀ ਨਹੀਂ ਮਿਲੂਗੀ, ਤੁਹਾਨੂੰ ਕੋਈ ਰਿਕਾਰਡ ਨਹੀਂ ਮਿਲੂਗਾ ਜੀ ਇਹਦਾ, ਕਿਉਂਕਿ ਉਹਨੂੰ ਲਿਖ ਕੇ ਕੋਰਟ 'ਚ ਦੇ ਦਿੱਤਾ ਵੀ ਖਤਮ ਹੋ ਗਿਆ। ਹੁਣ ਤਾਂ ਇਹ ਮਤਲਬ ਜਿਹੜਾ 38-39 ਦੀ ਜਮ੍ਹਾਂਬੰਦੀ ਲਾਗੂ ਕੀਤੀ ਆ ਜੀ, ਉਹਦੇ ਤੇ ਜੋ ਗਾਂ ਕੁਛ ਹੋਣਾ ਜੀ ਵੀ ਉਹ ਸਾਨੂੰ ਕਰਕੇ ਦੇਣ ਜੀ। ਪਿੰਡ ਨੂੰ ਸਾਰੇ ਲੋਕਾਂ ਨੂੰ ਮਾਲਕ ਦੇਣ, ਨਾ ਹੋਣੀ ਚਾਹੀਦੀਆਂ ਜ਼ਮੀਨਾਂ ਜੀ ਲੋਕਾਂ ਦੀ। ਜਿਹੜੀ ਦੂਸਰੀ ਵੱਡੀ ਗੱਲ ਹੈ ਇੱਥੇ ਬਾਈ ਜੀ ਹੁਣੀ ਨੇ ਸਾਡੇ ਨਾਲ, ਜਿਹੜੇ ਉਹ ਇਸ ਸਮੇਂ ਵੀ ਜਿਹੜੇ ਕੋਰਟ ਦੇ ਵਿੱਚ ਅਕਸਰ ਜਾਂਦੇ ਨੇ, ਕੇਸ ਜਿਹੜਾ ਉਹਨਾਂ ਦਾ ਚੱਲ ਰਿਹਾ। ਪਹਿਲਾਂ ਤਾਂ ਮੈਨੂੰ ਇਹ ਦੱਸੋ ਜੀ, ਜਿਹੜੇ ਕੇਸ ਤੇ ਤੁਸੀਂ ਹੁਣ ਚੱਲ ਰਿਹਾ, ਜਿਹੜੀ ਤੁਸੀਂ ਗੱਲਬਾਤ ਕਰ ਰਹੇ ਸੀ, ਉਹ ਕਿਸ ਬਾਬਤ ਆ? ਉਹ ਅਸੀਂ ਇੱਕ ਤਾਂ ਕੇਸ ਇਹ ਲਾਇਆ ਹੋਇਆ ਜੀ, ਸਾਡੀਆਂ ਰਜਿਸਟਰੀਆਂ 1988 ਤੱਕ ਹੁੰਦੀਆਂ ਰਹੀਆਂ ਜੀ। ਅਸੀਂ ਉਹ ਕਹਿੰਦੇ ਵੀ ਉਹਨਾਂ ਨੂੰ ਬਹਾਲ ਕਰਿਆ ਜਾਵੇ, ਗੌਰਮੈਂਟ ਨੇ ਉਹਦੇ ਇੰਤਕਾਲ ਤੋੜਤੇ, ਉਹਨਾਂ ਨੂੰ ਬਹਾਲ ਕਰਿਆ ਜਾਵੇ। ਤੇ ਨੰਬਰ 2 ਤੇ ਜਿੱਥੇ ਅਸੀਂ ਬੈਠੇ ਹਾਂ ਅਸੀਂ ਸੈਟੀਸਫਾਈ ਹਾਂ ਜੀ, ਤੇ ਸਾਨੂੰ ਉਹਦਾ ਸਾਡਾ ਹੱਕ ਮਿਲਣਾ ਚਾਹੀਦਾ ਜੀ। ਇਹ ਗੱਲ। ਤੇ ਜਿਸ ਤਰ੍ਹਾਂ ਤੁਸੀਂ ਕਹਿੰਦੇ 1988 ਤੱਕ ਜਿਹੜੀਆਂ ਰਜਿਸਟਰੀਆਂ ਹੁੰਦੀਆਂ ਰਹੀਆਂ ਨੇ, ਉਦੋਂ ਤੱਕ ਕੀ ਕਿਹੜੇ ਬੇਸ ਤੇ ਤੁਹਾਡਾ ਫਿਰ ਜਿਵੇਂ ਜਮ੍ਹਾਂਬੰਦੀ ਨਹੀਂ ਨਿਕਲਦੀ, ਫਰਦ ਨਹੀਂ ਬਣਦੀ, ਜ਼ਮੀਨ ਨੰਬਰਾਂ 'ਚ ਨਹੀਂ ਹੈਗੀ, ਇਹ ਖਾਤਾ ਇੱਕ ਹੀ ਆ, ਉਸ ਵਕਤ ਖਾਤਾ ਕਿਵੇਂ ਗਿਣਿਆ ਜਾਂਦਾ ਸੀ? ਉਦੋਂ 4 ਸਾਲਾ ਨਹੀਂ ਸੀ ਬਣਦਾ ਜੀ, ਬਣਿਆ ਨਹੀਂ ਸਾਡਾ। ਜੇ 4 ਸਾਲਾ ਬਣਿਆ ਤਾਂ ਸਾਨੂੰ ਆਹ ਪ੍ਰੋਬਲਮ ਹੀ ਨਹੀਂ ਸੀ ਆਉਂਦੀ। ਤੇ ਉਹਦਾ ਕਾਰਨ ਅਸੀਂ ਗਾਂ ਲਟਕੀ ਜਾਂਦੇ ਹਾਂ। ਹੁਣ ਅਸੀਂ ਅੱਜ ਕੱਲ੍ਹ ਜੇ ਕੋਈ ਖਰੀਦ ਵੇਚ ਹੁੰਦੀ ਆ, ਕੋਈ ਵੇਚਦਾ ਵੀ ਆ, ਖਰੀਦਦਾ ਵੀ ਆ, ਉਹ ਐਗਰੀਮੈਂਟ ਤੇ ਹੋ ਰਹੀ ਆ ਜੀ। ਜਿਵੇਂ ਜ਼ਮੀਨਾਂ ਦੇ ਬਹੁਤ ਭਾਅ ਵਧੇ ਨੇ, ਲੁਧਿਆਣੇ ਵੱਲੋਂ ਲੋਕ ਆਏ ਨੇ, ਜਿਵੇਂ ਸਰਪੰਚ ਸਾਹਿਬ ਦੱਸਦੇ ਸੀਗੇ, ਤੁਹਾਡੇ ਪਿੰਡ ਦੇ ਲੋਕਾਂ ਨੂੰ ਉਸ ਚੀਜ਼ ਦਾ ਲਾਹਾ ਮਿਲਿਆ? ਕੋਈ ਜ਼ਮੀਨ ਮਹਿੰਗੀ ਵੇਚਣ ਦਾ ਜਾਂ ਕਿਵੇਂ ਕੋਈ ਨੁਕਸਾਨ ਹੁੰਦਾ ਜਾਂ ਲਾਹਾ ਮਿਲਿਆ ਕੋਈ? ਇਹ ਤਾਂ ਰਜਿਸਟਰੀ ਨਹੀਂ ਹੁੰਦੀ ਜੀ, ਬਾਹਰਲਾ ਗਾਹਕ ਵੀ ਨਹੀਂ ਆ ਰਿਹਾ ਉਹਨਾਂ, ਉਹਦਾ ਨੁਕਸਾਨ ਹੀ ਆ। ਹਾਂ, ਉਹਦਾ ਸਾਨੂੰ ਘਾਟਾ ਵੀ ਪੈ ਰਿਹਾ। ਅਸੀਂ ਆਪ ਖੁਦ ਵੀ ਵੇਚਣੀ ਚਾਹੁੰਦੇ ਸੀ, ਕਿਤੇ ਹੋਰ ਸਾਡਾ ਸੌਦਾ ਹੁੰਦਾ ਸੀਗਾ, ਕੋਈ ਅਸੀਂ ਆਪਦਾ ਪ੍ਰੋਗਰਾਮ ਕਰਨਾ ਸੀ, ਉਹ ਨਹੀਂ। ਜਦੋਂ ਕੋਈ ਜਵਾਕ ਵਿਆਹਣਾ ਹੁੰਦਾ, ਸਰਪੰਚ ਸਾਹਿਬ ਆਮ ਕਹਿੰਦੇ ਹੁੰਦੇ ਵੀ ਫਲਾਨਿਆਂ ਕੋਲੇ 20 ਕਿੱਲੇ ਆ, ਫਲਾਨਿਆਂ ਕੋਲੇ 25 ਕਿੱਲੇ ਆ। ਤੁਹਾਡੇ ਪਿੰਡ ਵਾਲੇ ਜਦੋਂ ਰਿਸ਼ਤਾ ਕਰਦੇ ਆ ਜਵਾਕ ਦਾ ਜਾਂ ਦੱਸਦੇ ਪੁੱਛਦੇ, ਉਦੋਂ ਕੀ ਸੋਚਦੇ ਹੁੰਦੇ ਹੋ, ਕੀ ਕਹਿੰਦੇ ਹੁੰਦੇ ਹੋ? ਕੋਈ ਪੁੱਛਿਆ ਜਾਂਦਾ? ਜਾਂ ਜਿਵੇਂ ਕੋਈ ਬਾਹਰਲੀ ਫਾਈਲ ਲਾਉਂਦੇ ਆ, ਉਸ ਵਕਤ ਆਪਾਂ ਜ਼ਮੀਨ ਦੀਆਂ ਫਰਦਾਂ ਵਿਖਾਉਂਦੇ, ਉੱਥੇ ਤੁਹਾਡਾ ਕੀ ਰਿਕਾਰਡ ਲੱਗਦਾ? ਉਹ ਐਫੀਡੇਵਿਟ ਵਗੈਰਾ ਜੀ ਕਰਦੇ ਆ ਅਸੀਂ, ਇਹੋ ਜਿਹਾ ਕੁਛ ਕਰਕੇ। ਆ ਹੁਣ ਅਸੀਂ ਫਸਲ ਵੀ ਵੇਚੀ, ਐਫੀਡੇਵਿਟ ਤੇ ਵਿਕੀ ਆ ਜੀ ਸਾਡੀ। ਡੀਸੀ ਸਾਹਿਬ ਨੇ ਸਾਨੂੰ ਐਫੀਡੇਵਿਟ ਲਾ ਕੇ ਦਿੱਤਾ ਸਾਰਾ ਕੁਛ। ਹਾਂਜੀ, ਨਹੀਂ ਤਾਂ ਸਾਡੀ ਫਸਲ ਵੀ ਨਹੀਂ ਸੀ ਵਿਕ ਰਹੀ। ਹਾਂਜੀ, ਅਸੀਂ ਤਾਂ ਇਹੀ ਗੱਲ ਕਹਿ ਰਹੇ ਹਾਂ ਵੀ ਅਸੀਂ ਜਿੱਥੇ ਵੀ ਬੈਠੇ ਹਾਂ ਅਸੀਂ ਸੈਟੀਸਫਾਈ ਹਾਂ ਜੀ। ਤੇ ਜਿਨ੍ਹਾਂ ਨੂੰ ਕੋਈ ਇਹੋ ਜਿਹੀ ਹੈਗੀ ਲੱਗਦੀ, ਉਹ ਆਪਦਾ ਸੈਟੀਸਫਾਈ ਹੋ ਜਾਣ। ਸਰਪੰਚ ਸਾਹਿਬ, ਮੋਟਰ ਦੀ ਗੱਲ ਕਰੀ ਆ ਤੁਸੀਂ, ਜਿਵੇਂ ਆਪਾਂ ਮੋਟਰ ਲਵਾਉਣੀ ਹੁੰਦੀ ਹੈ ਖੇਤ 'ਚ, ਉਹਦੇ ਲਈ ਵੀ ਆਪਾਂ ਨੂੰ ਬੜੇ ਸਬੂਤ ਦੇਣੇ ਪੈਂਦੇ ਆ। ਉਹ ਫਿਰ ਕਿਵੇਂ ਸਾਧਨ ਬਣਦੇ ਆ? ਐਫੀਡੇਵਿਟ ਜਿਵੇਂ ਮੈਨੂੰ ਦੱਸਿਆ, ਐਫੀਡੇਵਿਟ ਦੇਣਾ ਪੈਂਦਾ ਉੱਥੇ। ਜੇ ਆਪਾਂ ਲੋਨ ਲੈਣਾ ਜਾਂ ਕੋਈ ਮਤਲਬ 20-50 ਹਜ਼ਾਰ ਦਾ, ਬਸ ਐਫੀਡੇਵਿਟ ਹੀ ਲੱਗਦਾ ਵੀ। ਹਾਂ, ਐਫੀਡੇਵਿਟ ਹੀ ਲੱਗਦਾ। ਸਰਪੰਚ ਸਾਹਿਬ, ਲੰਬੜਦਾਰ ਸਰਪੰਚ ਤੋਂ ਬਾਅਦ ਮੇਰੇ ਖਿਆਲ ਜ਼ਮੀਨ ਵਾਲੇ ਮਾਮਲੇ 'ਚ ਲੰਬੜਦਾਰ ਦੀ ਪੂਰੀ ਲੰਬੜਦਾਰੀ ਚੱਲਦੀ ਹੈ। ਤੇ ਤੁਹਾਡੇ ਕੋਲੇ ਕੇਸ ਆਉਂਦੇ ਹੋਣਗੇ, ਆਮ ਲੋਕ ਆਉਂਦੇ ਆ, ਕਿਸੇ ਨੇ ਲੋਨ ਲੈਣਾ, ਕਿਸੇ ਨੇ ਜ਼ਮੀਨ ਵੇਚਣੀ ਆ, ਜਾਂ ਕਿਸੇ ਨੇ ਪਹਿਲਾਂ ਵੇਚੀ ਹੋਈ ਆ, ਉਹਦਾ ਕੋਈ ਹਿਸਾਬ ਕਿਤਾਬ ਆ, ਲੈਣਾ ਦੇਣਾ, ਇਹ ਸਾਰਾ ਕਿਵੇਂ ਵੇਖਦੇ ਹੋ ਤੁਸੀਂ ਪਿੰਡ ਦੇ ਵਿੱਚ? ਵੀਰ ਜੀ, ਇਹ ਨਾ ਜਿਵੇਂ ਐਫੀਡੇਵਿਟ ਬਣ ਜਾਂਦਾ, ਉਹਦੇ ਵਿੱਚ ਦੱਸਿਆ ਜਾਂਦਾ ਵੀ ਸਾਡੇ ਪਿੰਡ ਦੇ ਵਿੱਚ ਕੋਈ ਰਜਿਸਟਰੀ ਨਹੀਂ ਗੀ, ਮਰੱਬੇਬੰਦੀ ਨਹੀਂ ਹੋਈ ਕਰਕੇ ਉਹਦਾ ਵੇਰਵਾ ਪਾ ਕੇ ਐਫੀਡੇਵਿਟ ਬਣਾ ਲਿਆਉਂਦੇ ਆ। ਉਹਦੇ ਤੇ ਸਾਨੂੰ ਮੋਹਰ ਲਾਉਣੀ ਪੈਂਦੀ ਹੈ ਵੀ ਵਾਕਈ ਨਹੀਂ ਹੈਗੀ, ਹੈ ਵੀ ਹੈ ਨਹੀਂ।
ਕਿਸੇ ਦੇ ਨਾਂ ਨਹੀਂ ਹੈਗੀ, ਕੋਈ ਵੀ ਨਾ ਕੋਈ, ਮੈਂ ਕਹਿੰਦਾ ਵਿਸਵਾ ਜਗ੍ਹਾ ਵੀ ਨਹੀਂ ਕਿਸੇ ਦੇ ਨਾਂ ਹੈਗੀ। ਜੇ ਪੁਰਾਣੀਆਂ ਜਿਹੜੀਆਂ ਰਜਿਸਟਰੀਆਂ ਤਾਂ ਉਹ ਮਾਨਯੋਗ ਅਦਾਲਤ ਸਾਹਿਬ ਨੇ ਤਾਂ ਕੈਂਸਲ ਹੀ ਕਰ ਦਿੱਤੀਆਂ। ਇਹਨਾਂ ਦੇ ਦੱਸਣ ਦੇ ਮੁਤਾਬਕ ਹੀ ਆ ਲੋਕਾਂ ਦੇ ਵੀ ਉਹ ਅਦਾਲਤ ਨੇ ਉਹਨਾਂ ਨੂੰ ਕੈਂਸਲ ਕਰ ਦਿੱਤਾ। ਬਾਕੀ ਜੋ ਚੱਲੀ ਜਾਂਦਾ ਵਾ ਬਸ ਵਿਸ਼ਵਾਸ ਪਾਤਰ, ਜੇ ਕਿਸੇ ਨਾਲ ਸੌਦਾਬਾਜੀ ਵੀ ਜਿਹੜੀ ਹੁੰਦੀ ਆ ਉਹ ਵੀ ਇੱਕ ਵਿਸ਼ਵਾਸ ਦੇ ਤੌਰ ਤੇ, ਜਿਹੜਾ ਕੋਈ ਲੈਣ ਦੇਣ ਚੱਲਦਾ ਉਹ ਵੀ ਇੱਕ ਵਿਸ਼ਵਾਸ ਦੇ ਤੌਰ ਤੇ, ਜਿਹੜਾ ਕੋਈ ਮਹਿਕਮੇ ਤੋਂ ਕੰਮ ਲੈਣਾ ਉਹਦਾ ਐਫੀਡੈਵਿਟ, ਜਿਵੇਂ ਬੈਂਕ ਨੇ ਕੋਈ ਲਿਮਟ ਬਣਾਉਣੀ ਆ, ਲਿਮਟ ਤਾਂ ਸਾਡੇ ਜਿਵੇਂ ਬਾਹਰਲੇ ਪਿੰਡ ਵਾਲੇ ਦੀ ਬੈਂਕ ਸਾਡੇ ਪਿੰਡ ਦੇ ਵਿੱਚ ਆ ਤੇ ਜਿਹੜੇ ਬਾਹਰਲੇ ਪਿੰਡ ਦੇ ਆ ਉਹਨਾਂ ਦੇ 5 ਲੱਖ ਦੀ ਲਿਮਟ ਆ, ਸਾਡੇ 50,000 ਦੀ ਲਿਮਟ ਹੈ। ਇਹੀ ਹੈ ਸਰਬੰਧ 50,000 ਦੀ, ਉਹ ਵੀ ਸਰਕਾਰੀ ਮੁਲਾਜ਼ਮ ਦੀ। ਤਾਂ ਜਾਂ ਜੀ ਦਾ ਕੋਈ ਫੰਡ ਜ਼ਿਆਦਾ ਪਿਆ ਵਾ ਬੈਂਕ ਦੇ ਵਿੱਚ, ਉਹ ਬੰਦੇ ਦਾ ਚੱਲੀ ਜਾਂਦਾ। ਅੱਛਾ ਬਾਈ ਜੀ, ਮੈਂ ਤੁਹਾਡੇ ਕੋਲੇ ਆਉਣਾ, ਜਿਵੇਂ ਆਪਾਂ ਆਮ ਕਹਿੰਦੇ ਹੁੰਦੇ ਆ ਕਿ ਫਲਾਣੇ ਨੇ ਰਸਤਾ ਰੋਕ ਲਿਆ ਤੇ ਉਹ ਰਾਹ ਕਢਾਉਣ ਦੇ ਲਈ ਜਾਂ ਪਹੀ ਕਢਾਉਣ ਲਈ ਆਪਾਂ ਸਰਕਾਰੀ ਮਿਹਨਤੀ ਕਰਾਉਂਦੇ ਹੁੰਦੇ ਆਮ ਕਰਕੇ। ਤੁਹਾਡੇ ਫਿਰ ਉਹ ਮਿਹਨਤੀਆਂ ਦਾ ਕੀ ਹਿਸਾਬ ਆ ਜੇ ਕੋਈ ਰਾਹ ਵੱਢਿਆ ਜਾਂਦਾ ਜਾਂ ਕੱਟਿਆ ਜਾਂਦਾ? ਨਹੀਂ, ਸਾਡੇ ਕੋਈ ਹਿਸਾਬ ਕਿਤਾਬ ਨਹੀਂ। ਜਦੋਂ ਹੁਣ ਸਟੇ ਹੀ ਹੋਇਆ ਵਿਆ, ਪਟਵਾਰੀ ਲਿਖ ਕੇ ਨਹੀਂ ਦੇ ਸਕਦਾ, ਪਟਵਾਰੀ ਲਿਖ ਕੇ ਦੇ ਨਹੀਂ ਸਕਦਾ ਸਾਨੂੰ, ਨਾ ਕੋਈ ਨੰਬਰ ਨਾ ਕੋਈ ਵਾਸਾ, ਉਹ ਫਿਰ ਉਵੇਂ ਹੀ ਆ, ਤੱਕ ਦੇ ਹਿਸਾਬ ਨਾਲ ਹੀ ਬਸ ਵਾਹੀ ਜਾਂਦੇ ਆ। ਹੋਰ ਕੋਈ ਸਾਡੇ ਨਹੀਂ ਚਾਰਾ ਹੈਗਾ, ਨਾ ਕੋਈ ਮਿਹਨਤੀ ਹੁੰਦੀ ਆ। ਉਹ ਗੱਠੇ ਉੱਥੇ ਦੇਖ ਲੈਂਦੇ ਆ ਅਸੀਂ, ਗੱਠੇ ਦੇ ਇੰਨੇ ਗੱਠੇ ਆ ਸਾਡੇ, ਇਹਦੇ ਇੰਨੇ ਗੱਠੇ ਆ, ਉਸ ਹਿਸਾਬ ਨਾਲ ਵਾਹੀ ਜਾਂਦੇ ਆ। ਹੋਰ ਕੋਈ ਨਹੀਂ ਸਾਡੇ। ਪਿੰਡ ਪੱਧਰ ਤੇ ਤੁਸੀਂ ਭਾਈਬੰਦੀ ਨਾਲ ਆਪਸ ਵਿੱਚ ਕਰਦੇ? ਭਾਈਬੰਦੀ ਦੇ ਨਾਲ ਅਸੀਂ ਚੱਲੀ ਜਾਂਦੇ ਆ, ਯਾਨੀ ਸਰਕਾਰੀ ਮੁਲਾਜ਼ਮ ਆ ਕੇ, ਸਰਕਾਰੀ ਕੋਲੇ ਪਾਵਰ ਹੀ ਹੈ ਨਹੀਂ ਗੀ ਵੀ ਉਹ ਸਾਡੇ ਪਿੰਡ ਆ ਕੇ ਮਿਹਨਤੀ ਕਰ ਲਵੇ। ਬਸ ਅਸੀਂ ਭਾਈ ਬੰਦੇ ਨਾਲ ਮਿਲ ਲੈਂਦੇ ਹਾਂ ਵੀ ਇੰਨੇ ਗੱਠੇ ਫਲਾਣੇ ਦੇ ਆ, ਇੰਨੇ ਗੱਠੇ ਫਲਾਣੇ ਦੇ ਆ, ਉਸ ਹਿਸਾਬ ਨਾਲ ਚੱਲੀ ਜਾਂਦੇ ਆ। ਉਸ ਹਿਸਾਬ ਨਾਲ ਜੇ ਕੋਈ ਕਰਾਰਨਾਮੇ ਤੇ ਪੈੜੀ ਲੈਣੀ ਆ ਕਿਸੇ ਨੇ, ਪੈੜੀ ਲੈ ਲੈਂਦੇ ਆ, ਬਸ ਆਹ ਹਿਸਾਬ ਕਿਤਾਬ। ਅੱਛਾ, ਤੁਸੀਂ ਗੱਲ ਕਰ ਰਹੇ ਸੀ ਜੀ ਬਈ 1988 ਤੱਕ ਤੁਸੀਂ ਕਹਿੰਦੇ ਹੋ ਵੀ ਪਿੰਡ ਦਾ ਜਿਹੜਾ ਰਿਕਾਰਡ ਉਹ ਸਰਕਾਰੀ ਜਿਹੜੇ ਬੈਂਕਾਂ ਵੀ ਲੋਨ ਦਿੰਦੀਆਂ ਸੀ, ਸਾਰਾ ਕੁਝ ਮਿਲਦਾ ਰਿਹਾ। ਕਿਵੇਂ ਸੀਗਾ ਉਦੋਂ, ਮਾਹੌਲ ਕੀ ਸੀਗਾ? 1988 ਤੱਕ ਰਜਿਸਟਰੀਆਂ ਹੋਈਆਂ, 88 ਤੱਕ ਹੀ ਸਾਡੇ ਜੋ ਬੈਂਕਾਂ ਤੋਂ ਵੀ ਕਰਜ਼ਾ ਲੈਂਦੇ ਰਹੇ ਆ, ਅਸੀਂ ਟਰੈਕਟਰ ਵੀ ਲਏ ਆ, ਸਾਰਾ ਕੁਝ ਬੈਂਕਾਂ ਰਾਹੀਂ ਸਾਡਾ ਚੱਲਦਾ ਰਿਹਾ। 1988 ਤੋਂ ਬਾਅਦ ਸਾਨੂੰ ਸਟੇ ਹੋਇਆ। ਪਹਿਲਾਂ ਸਾਰਾ ਕੁਝ ਜੇ ਕੋਈ ਬੰਦਾ ਰਜਿਸਟਰੀ ਵੀ ਕਰਾਉਂਦਾ ਸੀ ਤਾਂ ਸਰਕਾਰ ਉਹਨੂੰ ਨੰਬਰ ਦਿੰਦੀ ਸੀ, ਉਹਨਾਂ ਨੰਬਰਾਂ ਤੇ ਰਜਿਸਟਰੀ ਹੁੰਦੀ ਸੀ। 1988 ਤੱਕ ਹੀ ਮੋਟਰਾਂ ਦੇ ਵੀ ਨੰਬਰ ਲੋਕਾਂ ਨੇ ਦਿੱਤੇ ਆ, ਜਿਨ੍ਹਾਂ ਨੇ 1988 ਤੱਕ ਮੋਟਰਾਂ ਲਵਾਈਆਂ ਉਹਨਾਂ ਨੇ ਵੀ ਨੰਬਰ ਦਿੱਤੇ ਆ, ਨੰਬਰਾਂ 'ਚ ਹੀ ਮੋਟਰਾਂ ਲੱਗੀਆਂ। 1988 ਤੋਂ ਬਾਅਦ ਸਾਡੇ ਪਿੰਡ ਦਾ ਰਿਕਾਰਡ ਆ ਜੋ ਉਹ ਸਟਾਮਾਂ ਤੇ ਚੱਲਣ ਲੱਗਿਆ। ਭਾਈ ਅਸਟਾਮਾਂ ਦੇ ਲੋਕ ਮਗਰੋਂ ਜੋ ਕਿਸੇ ਨੇ ਪੈਲੀ ਲਈ ਆ ਉਹ ਵੀ ਪੈਲੀ ਕਰਾਰਨਾਮਿਆਂ ਤੇ ਲੈ ਕੇ ਵਾਹੀ ਜਾਂਦੇ ਆ, ਤੇ ਕੋਈ ਜਾਣੀ ਇਹ ਨਹੀਂ ਹੈ। ਜਿਹੜਾ ਸਭ ਤੋਂ ਵੱਡਾ ਦੁੱਖ ਹੁੰਦਾ ਬਾਪੂ ਜੀ, ਮੈਂ ਤੁਹਾਡੇ ਕੋਲੇ ਆਉਣਾ, ਜਿਵੇਂ ਮੰਨ ਲਓ ਅੱਜ ਮੈਂ ਜ਼ਮੀਨ ਵੇਚਤੀ ਆ ਤੇ ਕੱਲ ਨੂੰ ਜਿਵੇਂ ਕਹਿੰਦੇ ਕਿਸੇ ਬੰਦੇ ਦਾ ਰਜਿਸਟਰੀ ਇੰਤਕਾਲ ਸਰਕਾਰ ਨੇ ਕਾਨੂੰਨ ਇਸ ਕਰਕੇ ਹੀ ਬਣਾਏ ਆ ਵੀ ਬੰਦਾ ਉਸ ਜ਼ਮੀਰ ਤੇ ਜ਼ਬਾਨ ਤੇ ਖੜਾ ਰਹੇ, ਤੇ ਕੱਲ ਨੂੰ ਜੇ ਕੋਈ ਬੰਦਾ ਵੇਚਣ ਵਾਲਾ ਜਾਂ ਖਰੀਦਣ ਵਾਲਾ ਦੋਨਾਂ ਚੋਂ ਕੋਈ ਹਿਲਦਾ, ਉਹਦੇ ਬੜੇ ਵੱਡੇ ਨੁਕਸਾਨ ਹੁੰਦੇ। ਉਹ ਪਿੰਡ ਕਿਵੇਂ ਦੇਖਦਾ ਉਸ ਚੀਜ਼, ਉਹਨਾਂ ਚੀਜ਼ਾਂ? ਪਹਿਲਾਂ ਲਿਖਿਆ ਹੁੰਦਾ ਜੀ, ਉਹ ਰਜਿਸਟਰੀ ਕਰਾਉਣ ਦੇ ਉਹ ਦਾਅਵੇਦਾਰ ਆ, ਉਹਦਾ ਸਾਈਨ ਹੁੰਦੇ ਆ ਐਫੀਡੇਵਿਟ ਦੇ ਉੱਤੇ, ਉਹ ਦਾਅਵੇਦਾਰ ਆ, ਉਹਦਾ ਉਹ ਲਿਖਣ ਦੇ ਵਿੱਚ ਉਹਨੂੰ ਲਿਖਾਉਣੀ ਪੈਣੀ ਆ। ਮਤਲਬ ਕਹਿਣ ਦਾ ਭਾਵ ਬਈ ਸਿਰਫ ਇਹ ਜਵਾਨੀ ਗੁਲਾਮੀ ਚੱਲੀ ਜਾ ਰਹੀ, ਗੁਲਾਮੀ ਚੱਲਦਾ। ਤੇ ਦੂਜੀ ਨੰਬਰ ਆਇਆ ਵੀ 4 ਘਰਾਂ ਦਾ ਇਹ ਸੀਗਾ ਕੇਸ, ਜਿਹਦਾ ਗਹਿਣੇ ਬੈ ਹੋਣੋਂ ਨਹੀਂ ਹਟੇ। ਇਹਨਾਂ ਨੇ ਆਰਡਰ ਮੰਨਿਆ ਨਹੀਂ ਅਫਸਰਾਂ ਦਾ, ਨਾ ਅਸੀਂ ਮੰਨਿਆ, ਅਸੀਂ ਵੀ ਲਈ ਆ 1.5 ਕਿੱਲਾ, ਪਰ ਉਹ ਗੱਲ ਅਣਜਾਣ 'ਚ ਪੈ ਗਈ। ਉਹ ਤਾਂ ਖੜੇ ਹੀ ਖੜੇ ਸੀ, ਉਹ ਹੋਰ ਖੜ ਗਏ। ਉਦੋਂ ਬਾਅਦ ਫਿਰ ਜਿਹੜੇ ਵੇਚੀ ਵਾਲੇ ਉਹ ਵੀ ਖੜ ਗਏ, ਕਿਉਂ ਇੱਕ ਦੂਜਾ ਫਿਰ ਹੁਣ ਖਿੱਚੋ ਖਿੱਚੀ ਹੈ, ਦੇਣ ਲੈਣ ਤੇ ਹੋਏ ਵੇ ਵੀ ਸਾਡੀ ਮੁੜਿਆ ਵੇ, ਇਹ ਕਹਿੰਦੇ ਸਾਡੇ ਜਾਵੇ ਨਾ, ਬਸ ਇੰਨਾ ਹੀ ਕੰਮ ਆ। ਹਾਂ, ਬਸ ਇੰਨਾ ਹੀ ਕੰਮ ਆ। ਮਤਲਬ ਕਹਿਣ ਦਾ ਭਾਵ ਹੈ ਵੀ ਚੀਜ਼ ਗੱਲ ਹੈ ਜਿਹੜੀ ਅਸਲ ਮੁੱਦੇ ਤੋਂ ਲਮਕਦੀ ਆ ਰਹੀ ਹੈ ਪਿੰਡ ਦਾ, ਜਾਨੀ ਜਿਹੜਾ 4 ਘਰਾਂ ਦਾ ਕੇਸ ਸੀ, 4 ਘਰਾਂ ਦਾ ਕੇਸ ਸੀ, ਜਿੰਦਾ ਇਹਨਾਂ ਨੇ ਆਪਦੇ ਆਪ ਕੇਸ ਗਲ 'ਚ ਪਾ ਲਿਆ ਚੱਕ ਕੇ, ਖਰੀਦਣੋਂ ਹਟੇ ਨਹੀਂ ਤੇ ਵੇਚਣ ਵਾਲੇ ਵੇਚੀ ਗਏ। ਬਸ 4 ਘਰਾਂ ਦਾ ਕੇਸ ਸੀਗਾ। ਅੱਛਾ, ਮੈਨੂੰ ਇੱਕ ਗੱਲ ਦੱਸੋ, ਤੁਹਾਡੇ ਚੋਂ ਕੌਣ ਦੱਸੂਗਾ ਵੀ ਜਿਵੇਂ ਜਦੋਂ ਕਿਸੇ ਨੇ ਜ਼ਮੀਨ ਖਰੀਦਣੀ ਹੁੰਦੀ ਆ, ਮਨ ਦੇ ਵਿੱਚ ਸਰਪੰਚ ਸਾਹਿਬ ਇੱਕ ਇਹ ਹੁੰਦਾ ਵੀ ਮੈਂ 2 ਕਿੱਲੇ ਲੈਣੇ ਆ ਜਾਂ 5 ਕਿੱਲੇ, ਉਸ ਵਕਤ ਮਨ ਦੇ ਵਿੱਚ ਇੱਕ ਇਹ ਹੁੰਦਾ ਵੀ ਮੇਰੇ ਨਾਂ ਤੇ ਰਜਿਸਟਰੀ ਹੋ ਜੂ, ਸਰਟੀਫਿਕੇਟ ਹੋ ਜੂ। ਜਿਹੜਾ ਤੁਸੀਂ ਐਫੀਡੇਵਿਟ ਲੈਂਦੇ ਹੋ ਜਾਂ ਜੋ ਵੀ ਇਕਰਾਰਨਾਮਾ ਕਰਦੇ ਹੋ, ਉਹਦੇ ਨਾਲ ਮਨ ਖੜ ਜਾਂਦਾ ਵੀ ਮੈਂ ਜਿੰਨੇ 10 20 ਲੱਖ 50 ਲੱਖ ਲਾਇਆ ਉਹ ਮੇਰਾ ਸਹੀ ਜਗ੍ਹਾ ਤੇ ਲੱਗਿਆ। ਇਹਦੇ ਵਿੱਚ ਜੀ 2 ਗੱਲਾਂ ਆਉਂਦੀਆਂ। ਇੱਕ ਤਾਂ ਜਿਵੇਂ ਪਿੰਡ ਦੇ ਭਰੱਪੇ ਦੇ ਤੌਰ ਤੇ ਉੱਤੇ ਆ, ਕਿਸੇ ਨਾਲ ਆਪਦੀ ਧੀ ਦਾ ਵਿਆਹ ਕਰਨਾ ਤੇ ਉਹਦੇ ਕੋਲੇ ਕੋਈ ਪੈਸਾ ਨਹੀਂ, ਉਹ ਆਪਦੀ ਪੈਲੀ ਨੂੰ ਸੱਟ ਕੇ ਦੇਣ ਤੱਕ ਜਾਂਦਾ। ਉਹ ਜਿਹੜਾ ਅੱਜ ਸਾਡੇ ਪਿੰਡ ਪੈਲੀ ਦਾ ਰੇਟ ਆ ਉਹ 9-10 ਲੱਖ ਬੜੀ ਮੁਸ਼ਕਲ ਨਾਲ ਆ। ਅਸੀਂ ਇਹੀ ਚਾਹੁੰਦੇ ਆ, ਸਰਕਾਰ ਤੋਂ ਮੰਗ ਕਰਦੇ ਆ ਕਿ ਸਾਡੇ ਪਿੰਡ ਦਾ ਹੱਲ ਕੀਤਾ ਜਾਵੇ, ਇਹਨੂੰ ਲੜਾਈ ਦਾ ਮੈਦਾਨ ਨਾ ਬਣਾਇਆ ਜਾਵੇ।
ਸਾਡੇ ਪਿੰਡ ਦੇ ਵਿੱਚ ਕੋਈ ਫਸਲ ਮਰ ਜੇ, ਕੋਈ ਨੁਕਸਾਨ ਹੋ ਜੇ ਫਸਲ ਦਾ, ਕੋਈ ਸਾਨੂੰ ਮੁਆਵਜ਼ਾ ਨਹੀਂ ਮਿਲਦਾ, ਕੋਈ ਸਾਡੇ ਗਦਾਵਰੀ ਨਹੀਂ ਹੁੰਦੀ। ਇਸ ਕਰਕੇ ਅਸੀਂ ਇਹ ਚਾਹੁੰਦੇ ਹਾਂ ਕਿ ਸਾਡੇ ਪਿੰਡ ਦਾ ਹੱਲ ਕੀਤਾ ਜਾਵੇ। ਸਰਪੰਚ ਸਾਹਿਬ, ਇੱਕ ਹੁੰਦੀ ਹੈ ਪਿੰਡ ਦੀ ਜੂਹ, ਜਿਵੇਂ ਕਹਿੰਦੇ ਹੁੰਦੇ ਆ ਸਾਡੇ ਪਿੰਡ ਦੀ, ਤੁਹਾਡੇ ਕਈ ਪਿੰਡਾਂ ਨਾਲ ਜੂਹ ਲੱਗਦੀ ਹੋਊਗੀ, ਤੇ ਉਹ ਜੂਹ ਦਾ ਹੁੰਦਾ ਨਾਲ ਦੇ ਪਿੰਡ ਵਾਲਿਆਂ ਨੂੰ ਵੀ ਆਹ ਪਿੰਡ ਮੱਲੇ ਦੀ ਜਿਹੜੀ ਵੱਟ ਆ ਇੱਥੇ ਤੱਕ ਆ ਗਈ। ਤੁਹਾਡੀਆਂ ਇਸ ਤਰ੍ਹਾਂ ਜੂਹਾਂ ਪੱਕੀਆਂ ਹੈਗੀਆਂ ਨੇ, ਉਹ ਤਾਂ ਕਲੀਅਰ ਆ ਤੁਹਾਨੂੰ? ਉਹ ਤਾਂ ਉਹਨਾਂ ਦੇ ਕਿਉਂਕਿ ਉਹਨਾਂ ਤਾਂ ਮਰਬੇਬੰਦੀ ਹੋਈ ਵੀ ਹੈ ਨਾ, ਉਹਨਾਂ ਤੇ ਪੱਥਰ ਖੜੇ ਆ, ਉਹ ਤਾਂ ਸਾਨੂੰ ਉਹਨਾਂ ਦੇ ਪਤਾ ਰੌਲਾ ਸਾਡੇ ਪਿੰਡ ਦਾ ਆਪਦਾ ਹੀ ਆ। ਉਹ ਦੂਜੇ ਪਿੰਡਾਂ ਤੇ ਖੜੇ ਉਹਨਾਂ ਦੇ ਪੱਥਰ ਸਹੀ ਲੱਗੇ ਵੇ, ਨਿਸ਼ਾਨਦੇਹੀ ਉਹਨਾਂ ਦੀ ਸਹੀ ਆ, ਤੇ ਰੌਲਾ ਸਾਡੇ ਪਿੰਡ ਦਾ ਆਪਦਾ ਹੀ ਆ। ਜਿਹੜੀ ਪਹਿਲਾਂ ਸਾਡਾ ਕੇਸ ਲੱਗਿਆ, ਪਹਿਲਾਂ ਜਾਣੀ ਕਿਤੇ ਬਿੱਗਾ ਕਿਸੇ ਦਾ 2 ਬਿੱਗੇ ਕਿਸੇ ਦੀ, ਪਹਿਲਾਂ ਇਹ ਲੱਗਿਆ ਸੀ ਵੀ ਇਕੱਠੀ ਕਰਨੀ ਆ। ਹੁਣ ਅਸੀਂ ਬਟੂੰਦਰੇ ਕਰਕੇ ਆਪਣੀ ਪੈਲੀ ਇਕੱਠੀ ਕਰ ਲਈ, ਤੇ ਹੁਣ ਰੌਲਾ ਤਾਂ ਖਰੀਦੀ ਤੇ ਵੇਚੀ ਵਾਲਿਆਂ ਦਾ। ਉਹ ਕਹਿੰਦੇ ਸਾਡੀ ਵਾਪਸ ਹੋ ਜੇ, ਦੂਜੇ ਕਹਿੰਦੇ ਬਾਕੀ ਉਹ ਦੱਸ ਦੂ, ਇਹ ਕਹਿੰਦਾ ਵੀ ਅਸੀਂ ਮੰਗਦੇ ਨਹੀਂ, ਤੇ ਦੂਜੇ ਬੰਦੇ ਦੇ ਮਨ 'ਚ ਇਹ ਆ ਵੀ ਉਹ ਜਿਹੜੀ ਵੇਚੀ ਵਾਲੇ ਵਾਪਸ ਮੰਗਦੇ ਆ। ਆਪਾਂ ਮੈਂਬਰ ਸਾਹਿਬ ਨਾਲ ਗੱਲਬਾਤ ਕਰਦੇ ਹਾਂ ਜੀ। ਜਿਵੇਂ ਤੁਸੀਂ ਨੌਜਵਾਨ ਉਮਰ 'ਚੋਂ ਪਹਿਲਾਂ ਬਜ਼ੁਰਗਾਂ ਨੇ ਗੱਲਬਾਤ ਦੱਸੀ, ਜਿਹੜੀ ਪੁਰਾਣੀ ਗੱਲਾਂ ਬਾਤਾਂ ਸੀਗੀਆਂ, ਪਹਿਲਾਂ ਇਕਰਾਰਨਾਮਿਆਂ ਤੇ ਜ਼ਮੀਨ ਆਉਂਦੀ ਰਹੀ, ਉਸ ਤੋਂ ਪਹਿਲਾਂ ਉਧਰ ਅੰਕਲ ਜੀ ਉਹਨਾਂ ਨੇ ਦੱਸਿਆ ਵੀ ਰਜਿਸਟਰੀ ਵੀ ਹੁੰਦੀ ਰਹੀ ਆ, ਜਿਹੜੀ ਅਸੀਂ ਉਹ ਟਰੈਕਟਰ ਤੱਕ ਵੀ ਲੈਂਦੇ ਰਹੇ ਆਂਗੇ। ਤੇ ਹੁਣ ਦਾ ਕੀ ਹੈ ਮਾਹੌਲ, ਤੁਸੀਂ ਕਿਵੇਂ ਵੇਖਦੇ ਹੋ ਵੀ ਜਿਹੜਾ ਖਰੀਦੀ ਤੇ ਵੇਚੀ ਵਾਲਿਆਂ ਦਾ ਜਿਹੜਾ ਆਪਸ ਵਿੱਚ 2 ਧਿਰਾਂ ਬਣੀਆਂ ਹੋਈਆਂ ਨੇ ਪਿੰਡ ਦੇ ਵਿੱਚ, ਉਹ ਕਿਵੇਂ ਦੇਖਦੀਆਂ ਨੇ? ਵੀਰ ਜੀ, ਪਹਿਲਾਂ ਤਾਂ ਧੰਨਵਾਦ ਚੈਨਲ ਵਾਲਿਆਂ ਦਾ। ਤੁਹਾਨੂੰ ਪਿੰਡ ਵਾਲਿਆਂ ਨੇ ਵੀ ਸਾਰਿਆਂ ਨੇ ਦੱਸ ਦਿੱਤਾ ਸਟੋਰੀ, ਹੈ ਨਾ। ਕਿਸੇ ਨੇ ਕੋਰਟ ਕਚਹਿਰੀ ਦੀ ਦੱਸਤੀ, ਕੋਈ ਕਹਿੰਦਾ ਅਸੀਂ ਤਰੀਕ ਤੇ ਜਾਂਦੇ ਆ। ਮੇਨ ਵਿਸ਼ਾ ਪਿੰਡ 'ਚ ਘਪਲੇ ਦਾ। ਜਦੋਂ ਮਰੱਬੇਬੰਦੀ ਹੋਈ ਆ, ਉਹ ਜਿਹੜੇ ਪੜ੍ਹੇ ਲਿਖੇ ਬੰਦੇ ਸੀ, ਲੰਬੜਦਾਰ ਸੀ ਕੁਛ ਉਸ ਟਾਈਮ ਦੇ, ਉਹਨਾਂ ਨੇ ਕੀਤਾ 2 ਜੰਜੀਰਾਂ ਲੈ ਲਈਆਂ ਜੀ। ਜੇ ਮੇਰੀ ਪੈਲੀ ਮਿਣੀ ਆ ਤਾਂ ਛੋਟੀ ਜੰਜੀਰ ਨਾਲ ਮਿਣਤੀ ਪੂਰੀ ਕਰਤੀ, ਜਾਣੀ ਕਿ 9 ਕਮਾ। ਜੇ ਕੋਈ ਤਗੜੇ ਦੀ ਬੰਦੇ ਦੇ ਵਿੱਚ ਸੀ ਜਾਂ ਰਿਲੇਟਡ ਸੀਗਾ, ਉਹਦੀ ਵੱਡੀ ਨਾਲ ਮਿਣਤੀ, ਉਹਨਾਂ ਕੋਲ ਪੈਲੀ ਵੱਧ ਗਈ। ਉਹੀ ਚੱਕਰ ਦੇ ਵਿੱਚ ਆ ਕੇ ਐਂਡ ਤੇ ਕੇਸ ਲੱਗਿਆ। ਹੁਣ ਸਾਡੇ ਮੈਂ ਪੰਚਾਇਤ ਦੇ ਵਿੱਚ ਸਭ ਤੋਂ ਵੱਡਾ ਗਾ ਸਾਨੂੰ ਨੁਕਸਾਨ ਪੰਚਾਇਤ ਨੂੰ ਵੀ 135-36 ਕਿੱਲੇ ਪੰਚਾਇਤ ਦੇ ਆ। ਅੱਜ ਸਾਡੇ ਕੋਲ 1 ਕਿੱਲਾ ਵੀ ਨਹੀਂਗਾ। ਯਾਨੀ 135-36 ਕਿੱਲੇ ਪੰਚਾਇਤ ਦੀ ਜ਼ਮੀਨ ਸੀਗੀ, ਪੰਚਾਇਤ ਦੀ। ਉਹ ਸਾਡੇ ਕੋਲ 1 ਕਿੱਲਾ ਵੀ ਨਹੀਂਗਾ ਜੀ। ਹੁਣ ਪਿੰਡ ਦੀ ਕੋਈ ਨਾਲੀ ਬਣਾਉਣੀ ਹੁੰਦੀ ਆ, ਕਹਿਣਗੇ ਪੰਚਾਇਤ ਤੋਂ ਬਣਾ ਲਓ ਜੀ, ਪੰਚਾਇਤ ਤੋਂ ਪੈਪ ਪਵਾ ਲਓ। ਪੰਚਾਇਤ ਕੋਲੇ ਕੀ ਆ? ਜਿਹੜੇ ਸਰਕਾਰੀ ਫੰਡ ਆਉਂਦੇ ਆ ਉਹ ਲਿਮਟ 'ਚ ਆਉਂਦੇ ਆ ਵੀ ਆ 2 ਲੱਖ ਆਇਆ ਜਾਂ ਗਲੀ ਵਾਸਤੇ, ਉੱਥੇ ਹੀ ਲੱਗਣਾ। ਤੇ ਗੱਲ ਜਿਹੜੀ ਹੁਣ ਵੇਚੀਆਂ ਦੀ ਗੱਲ ਕਰਦੇ ਵੀ ਵੇਚੀਆਂ ਵਾਲੀ ਪੈਲੀ ਮੰਗਦੇ ਆ ਨਾ, ਵੀ ਖੁਦ ਮੇਰੇ ਫਾਦਰ ਨੇ ਪੈਲੀ ਵੇਚੀ ਆ, ਮੈਂ ਲਿਖ ਕੇ ਦੇਣ ਨੂੰ, ਪਹਿਲੀ ਗੱਲ ਤਾਂ ਮੇਰਾ ਫਾਦਰ ਹੀ ਲਿਖ ਕੇ ਦੇ ਚੁੱਕੇ ਆ ਵੀ ਅਸੀਂ ਪੈਲੀ ਨਹੀਂ ਵਾਪਸ ਲੈਂਦੇ। ਇਹ ਸਿਰਫ ਇੱਕ ਟਿੱਪਣੀ ਆ ਕਿ ਕੋਰਟ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਨਾ। ਕੋਈ ਹੋ ਸਕਦਾ ਮੈਂ ਲਿਖ ਕੇ ਦਿੱਤਾ ਮੇਰੇ ਫਾਦਰ ਨੇ ਤੇ ਮੈਂ ਪੈਲੀ ਵਾਪਸ ਲੈ ਲੂੰਗਾ। ਬਾਕੀ ਜਦੋਂ ਕੋਰਟ ਨੇ ਜਦੋਂ ਆਰਡਰ ਦਿੱਤੇ ਸੀ, ਜਿਹੜੇ ਨੰਬਰ ਦੁਬਾਰੇ 39 ਦੇ ਵਿੱਚ ਨੰਬਰ ਕੀਤੇ, ਉਹ ਅਨਲੀਗਲ ਕਰਤੇ। ਜੋ ਕੋਰਟ ਨੇ ਨੰਬਰ ਅਨਲੀਗਲ ਕਰਤੇ ਆ, ਵੀ ਉਹ ਜੋ ਉਹਦੇ ਤੇ ਫੈਸਲੇ ਹੋਏ ਆ ਅਨਲੀਗਲ ਆ, ਖਾਰਜ ਕਰਤੇ ਕੋਰਟ ਨੇ। ਜਦੋਂ ਹੁਣ ਪਹਿਲੀ ਚੜ੍ਹ ਕੇ ਆਉਣੀ ਆ, ਹੁਣ ਮੇਰੇ ਫਾਦਰ ਦੇ ਦਾ ਨਾਂ ਚੜ੍ਹ ਕੇ ਆਉਣੀ ਆ, ਉਦੋਂ ਬਾਅਦ ਮੇਰੇ ਨਾਲ ਡਿਵਾਈਡ ਹੋਊਗੀ। ਉਹ ਤਾਂ ਮੇਰੀ ਜ਼ਮੀਨ ਆ, ਵੀ ਮੈਂ ਜਿਹੜੇ ਮੇਰੇ ਫਾਦਰ ਨੇ ਵੇਚੀ ਆ, ਮੈਂ ਉਹਨੂੰ ਜ਼ਮੀਨ ਟਰਾਂਸਫਰ ਕਰ ਦਿਆਂ। ਠੀਕ ਹੈ ਜੀ। ਤੇ ਇੱਕ ਜਿਵੇਂ ਮੇਨ ਜਿਹੜਾ ਘਪਲਾ ਹੁਣ 336 ਕਿੱਲੇ ਦਾ ਘਪਲਾ ਜੀ, 135-36 ਪੰਚਾਇਤ ਦੀ, ਬਾਕੀ ਪਿੰਡ ਦੀ, ਜਿਨ੍ਹਾਂ ਦੀ ਕੋਈ 1 ਕਿੱਲੇ ਘੱਟਦਾ, ਕਿਸੇ 2 ਕਿੱਲੇ ਘੱਟਦਾ। ਮੇਨ ਮੁੱਦਾ ਉਹ ਆ। ਪਿੰਡ ਦਾ ਟੋਟਲ ਰਕਬਾ ਕਿੰਨਾ ਏਰੀਆ? ਪਿੰਡ ਦਾ ਵੀ ਹੈਗਾ 3600 ਏਕੜ ਆ ਜੀ, ਜਿਹਦੇ ਚੋਂ 335-36 ਜਿੰਨੇ ਵੀ ਹੈਗੀ ਆ ਘਪਲੇ ਦੀ, ਜਿਹਦੀ ਕਾਰਨ ਇਹ ਰੌਲਾ ਪਿਆ। ਜਿਹੜਾ ਰੌਲਾ ਇਹ ਪੰਜਾਬ ਸਰਕਾਰ ਨਾਲ ਆ, ਕਿਸੇ ਪਾਰਟੀ ਨਾਲ ਨਹੀਂ, ਨਾ ਵੇਚੀ ਵਾਲਿਆਂ ਦਾ ਕਿਸੇ ਨਾਲ, ਨਾ ਖਰੀਦੀ ਵਾਲਿਆਂ ਨਾਲ ਕਿਸੇ ਦਾ। ਇਹ ਅਸੀਂ ਤਾਂ ਪਾਰਟੀਸ਼ਨਾਂ ਬਣੇ ਪਏ ਆ। ਠੀਕ ਹੈ ਨਾ। ਮੰਨ ਲਓ ਮੈਂ ਕੋਰਟ ਦੇ ਵਿੱਚ ਕਿਸੇ ਤਰੀਕੇ, ਇੱਕ ਦਿਨ ਮੈਂ ਕੁਦਰਤੀ ਮੈਂ ਹੋਰ ਕੇਸ ਦੇ ਵਿੱਚ ਚਲਿਆ ਗਿਆ, ਮੇਰੇ ਤੇ ਟਿੱਪਣੀ ਕੀਤੀ ਗਈ, ਕਹਿੰਦੇ 50 ਲੈ ਕੇ ਆ ਗਏ, ਅੱਜ ਪੈਲੀ ਲੈ ਕੇ ਜਾਊਗਾ। ਮੈਂ ਇਸ ਵਿੱਚ ਬਾਰ-ਬਾਰ ਹੀ ਕਹਿੰਦਾ ਵੀ ਵੇਚੀ ਵਾਲਾ ਕੋਈ ਵੀ ਨਹੀਂ ਮੰਗਦਾ, ਮੈਂ ਅਸੀਂ ਕਹਿਣ ਨੂੰ ਲਿਖ ਕੇ ਵੀ ਦੇਣ ਨੂੰ ਤਿਆਰ ਹਾਂ, ਪਰ ਅਸੀਂ ਇਹ ਕਹਿੰਦੇ ਵੀ ਜਦੋਂ ਜਿਹੜੀ ਪੰਚਾਇਤ ਦੀ ਜਾਂ ਕਿਸੇ ਵੀ ਘਪਲਾ ਪੈਲੀ ਕਿਸੇ ਦੀ ਘਟੀ ਵੀ ਆ, 80 ਸਾਲ ਹੋ ਗਏ ਕੇਸ ਚੱਲਦੇ ਨੂੰ। ਹੁਣ ਉਹ ਤਾਂ ਬੰਦਾ ਜਿਹੜਾ 5 ਕਿੱਲੇ ਵੀ ਕੇਸ 80 ਸਾਲ ਤੋਂ ਮਾਮਲਾ ਖਾਈ ਜਾਂਦਾ, ਉਹ ਕੋਰਟ ਨੂੰ ਵਕੀਲਾਂ ਨੂੰ ਪੈਸੇ ਭਰੀ ਜਾ ਰਿਹਾ ਵਾ। ਕਰਪਟ ਲੀਡਰ ਆ, ਕਰਪਟ ਇੱਥੇ ਵੋਟਾਂ ਲੈਣ ਕਰੀ ਆ ਜਾਂਦੇ ਆ। ਕੁਛ ਇੱਥੇ ਮਰੱਬੇਬੰਦੀਆਂ, ਬਿੱਟੂ ਮਰੱਬੇਬੰਦੀ ਕਰ ਗਿਆ, ਸੁਖਬੀਰ ਬਾਦਲ ਮਰੱਬੇਬੰਦੀ ਕਰ ਗਿਆ। ਹੁਣ ਫਿਰ ਆਪਣੀਆਂ 2022 ਦੀਆਂ ਚੋਣਾਂ ਆਉਂਦੀਆਂ, ਹੁਣ ਮਰੱਬੇਬੰਦੀ ਹੋਣੀ ਆ ਥੜੇ ਦੇ ਉੱਤੇ ਵੀ ਤੁਹਾਡੇ ਪਿੰਡ ਦੀ ਇਹ ਮਰੱਬੇਬੰਦੀ ਕਰਾਂਗੇ। ਮੇਨ ਮੁੱਦਾ ਸਾਡਾ ਪੰਜਾਬ ਸਰਕਾਰ ਨਾਲ ਆ। ਪੰਜਾਬ ਸਰਕਾਰ ਨੇ ਜਿਹੜਾ ਫੈਸਲਾ ਕੀਤਾ ਹੋਇਆ ਉਹਦੇ ਤੇ ਅਮਲ ਨਹੀਂ ਹੋ ਰਿਹਾ। ਜੇ ਉਹਦੇ ਤੇ ਅਮਲ ਹੋ ਜਾਏ ਪਿੰਡ ਦਾ, ਬਾਕੀ ਜਿਹੜਾ ਮੈਂ ਤੁਹਾਨੂੰ ਇੱਕ ਹੋਰ ਦੱਸਦਾ ਨੁਕਸਾਨ, ਮੈਂ ਇਹ ਕਹਿੰਦਾ ਵੀ ਜਿਨ੍ਹਾਂ ਨੇ ਖਰੀਦੀਆਂ ਉਹਨਾਂ ਦਾ ਸਭ ਤੋਂ ਵੱਡਾ ਨੁਕਸਾਨ ਉਹਨਾਂ ਦਾ ਵੀ ਹੋ ਰਿਹਾ ਵਾ, ਪਰ ਜਿਨ੍ਹਾਂ ਨੇ ਵੇਚੀਆਂ ਪੈਲੀਆਂ ਨੁਕਸਾਨ ਉਹਨਾਂ ਦਾ ਕੀ ਆ। ਅੱਜ ਮੇਰੇ ਕੋਲ 3 ਕਿੱਲੇ ਸੀਗੇ, ਅੱਜ ਮੈਂ ਬਿਮਾਰ ਪੈ ਗਿਆ ਜੀ, ਅੱਜ 7 ਲੱਖ ਨੂੰ ਸਾਡੇ ਕਿੱਲਾ ਵਿਕਦਾ, 21 ਲੱਖ ਦੇ ਵਿਕੇ। ਕਿੱਥੇ ਮੇਰਾ 1 ਕਿੱਲਾ ਵਿਕ ਕੇ 21 ਲੱਖ ਲੱਗਦੇ ਆ, ਮੇਰੇ ਕੋਲ 2 ਬਚਦੇ ਆ। ਹੁਣ ਜਿਹਨੂੰ 7 ਲੱਖ ਨੂੰ ਮਿਲਦੀ ਆ, ਉਹਨੇ ਤਾਂ ਕਹਿਣਾ ਵੀ ਚੱਲ ਲੈ ਲਓ ਜੀ। ਉਹ ਤਾਂ ਉਹਨਾਂ ਨੂੰ ਸੋਚਣਾ ਚਾਹੀਦਾ ਨਾ ਵੀ ਆ ਪੈਲੀ ਨਾਲੇ ਪਿੰਡ ਦਾ ਆਪਣਾ ਚੱਲਦਾ ਵਾ, ਕੇਸ ਚੱਲਦਾ, ਹੋਰ ਪਿੰਡ 'ਚ ਪਾਸੇ ਲੈ ਲੈਣ। ਮੈਂ ਇਹੀ ਵਿਸ਼ੇਸ਼ ਕਹਿਣਾ ਚਾਹੁੰਦਾ ਵੀ ਪੰਜਾਬ ਸਰਕਾਰ ਨੂੰ ਵੀ ਸਾਡੇ ਪਿੰਡ ਦਾ ਇਹ ਜਿਹੜਾ ਮੁੱਦਾ ਵਾ ਨਾ, ਛੇਤੀ ਸਮਝਾਇਆ ਜਾਵੇ।
ਸਰਪੰਚ ਸਾਹਿਬ ਤੁਹਾਡੇ ਕੋਲੇ ਪਿੰਡ ਦੀ ਮੋਹਤਵਰੀ ਆ, ਤੁਸੀਂ ਸਰਪੰਚ ਹੋ, ਤੁਹਾਡੇ ਕੋਲ ਤਾਂ ਲੀਡਰ ਪਹੁੰਚ ਕਰਦੇ ਹੋਣਗੇ, ਸਰਕਾਰੀ ਦਰਬਾਰੇ ਵੀ ਜਾਂਦੇ ਹੋ, ਤੁਸੀਂ ਮੰਗ ਰੱਖਦੇ ਹੁੰਦੇ ਹੋ ਵੀ ਸਾਡੇ ਪਿੰਡ ਦਾ ਭਾਈਚਾਰਕ ਸਾਂਝ ਆ ਇਹਦੇ ਨਾਲ ਖਤਰੇ 'ਚ ਪੈ ਰਹੀ ਆ, ਜਾਂ ਭਾਈ ਸਾਡੇ ਆਪਸ ਵਿੱਚ ਜਿਹੜੇ ਉਹ ਖਿੱਚੋਤਾਣ ਹੁੰਦੇ ਆ ਜ਼ਮੀਨ ਵੇਚਣ ਵਾਲੇ ਵੀ ਜ਼ਮੀਨ ਲੈਣ ਵਾਲੇ ਵੀ, ਸਾਡਾ ਇਹ ਹੱਲ ਹੋਣਾ ਚਾਹੀਦਾ? ਹੱਲ ਤਾਂ ਰੱਖੀਏ, ਸਾਡੇ ਵੀ ਸਮਝ ਜੀ ਕੁਝ ਨਹੀਂ ਆਉਂਦਾ। ਜਿਵੇਂ ਉਹ ਪਾਰਟੀ ਵਾਲੇ ਖੜੇ ਆ, ਇੱਧਰਲੇ ਖੜੇ ਆ, ਉਹ ਕਹਿੰਦੇ ਸਾਨੂੰ 1938 ਵਾਲੇ ਚਾਹੀਦੇ ਆ, ਮੰਨ ਲਓ ਉਹਨਾਂ ਦੇ ਕਹਿਣ ਤੇ ਚੱਲ ਪੈਂਦੇ ਆ। 47 ਤਾਂ ਆਪਣੀ ਵੰਡ ਹੋਈ ਆ, ਉਹ ਪਾਕਿਸਤਾਨ ਨਾਲ ਜਿਹੜੀ ਨਾ ਚਲੇ ਗਏ ਪਾਕਿਸਤਾਨ, ਉਹਨਾਂ ਦੀ ਪਲੀ ਕਿੱਧਰ ਜਾਊਗੀ? ਜਾਂ ਜੇ ਮੇਰੇ ਪੜਦਾਦੇ ਦੀ ਭੂਆ ਸੀ, ਨਾਨੀ ਸੀ, ਉਹ ਤੁਹਾਡੇ ਰੌਲਾ ਪਾ ਕੇ ਬਹਿ ਜਾਣਾ ਉਹਨਾਂ ਨੇ ਤਾਂ ਵੀ ਭਾਈ ਸਾਡੇ ਨਾਲ ਚੜ੍ਹ ਗਈ। ਪਹਿਲਾਂ ਤਾਂ ਵਾਰਸਾਂ ਨਾਲ ਚੜ੍ਹਨੀ ਆ ਨਾ, ਜਿਹੜੀ ਮੇਰੇ ਦਾਦੇ ਦੀ ਭੈਣ ਸੀ ਜਾਂ ਭੂਆ ਸੀ, ਉਹ ਸਾਰਿਆਂ ਦੇ ਨਾਂ ਜ਼ਮੀਨ ਜਾਊ, ਸਾਰਿਆਂ ਨਾਲ ਚੜ੍ਹਨੀ ਆ। ਤੇ ਉਹਨਾਂ ਤੋਂ ਜਿਹੜੀ ਹੁਣ ਮਈ ਵਾਲਾ ਬਾਰ ਵਾਲੇ ਘਰ ਆ ਕੇ ਬਹਿ ਗਏ ਵਿੱਚ, ਇਹਦਾ ਜਿਹੜਾ ਮਸਲਾ ਹੱਲ ਹੋਣਾ ਤਾਂ ਸਾਡਾ ਆਪਦੇ ਬਹਿ ਕੇ ਲੈਵਲ 'ਚ ਹੀ ਹੋਣਾ, ਪੰਚਾਇਤ 'ਚ ਬਹਿ ਕੇ ਕੰਪਰੋਮਾਈਜ਼ ਨਾਲ। ਉਹ 1938 ਦੇ ਅੜੇ ਬੈਠੇ ਆ, ਇਹ ਨਵੇਂ ਨੰਬਰਾਂ ਤੇ ਆ, 2 ਨੰਬਰ ਆ ਇਹ। ਹੁਣ ਉਹ ਜਿਹੜਾ ਆਪਣਾ ਮਤਲਬ ਆਪਣਾ ਕੋਰਟ ਆ, ਉਹ ਕੋਰਟ ਤਾਂ ਜਾਣੀ ਪਹਿਲਾਂ ਜਾਣੀ ਉਹ ਕੇਸ ਜਿੱਤ ਚੁੱਕੇ ਆ, ਉਹ ਭਾਰੀ ਆ, ਕਿਉਂਕਿ 1938 ਵਾਲੇ ਉਹਨਾਂ ਨੇ ਆਦੇ ਗਲੋਂ ਲਾਤਾ, ਡੀਸੀ ਨੇ ਲਾਤਾ, ਜਿਹਨੇ ਮਰਜ਼ੀ ਲਾਤਾ ਵੀ ਕਿਹੜਾ ਲਾ ਕੇ ਪਾਸੇ ਹੋ ਜਾ। 1938 ਨੰਬਰਾਂ ਵਾਲੇ ਉਹ ਜਿਹੜੇ ਕੇਸ ਜਿੱਤ ਚੁੱਕੇ ਕਰ ਦੋ ਵੀ 1938 ਵਾਲੇ ਨੰਬਰਾਂ ਤੇ ਇਹਨਾਂ ਨੂੰ ਬਹਾਲ ਕਰ ਦੋ, ਉਹਨਾਂ ਨਾਂ ਚੜਾ ਦੋ। ਜਿਹੜੇ ਹੁਣ ਪਾਕਿਸਤਾਨ ਚਲੇ ਗਏ, ਮੇਰੇ ਦਾਦੇ ਦੀ ਭੈਣ ਭੂਆ, ਉਹਨਾਂ ਨਾਂ ਚੜ੍ਹਨੀ ਆ, ਸਾਡੇ ਤਾਂ ਫੇਰ ਕਲੇਸ ਪੈਣਾ। ਐਂ ਤਾਂ ਨਿਬੜਨਾ ਹੀ ਨਹੀਂ, ਚਾਹੇ ਨਾ ਇੱਧਰ ਜਾਣੀ, ਆਪਾਂ ਨੂੰ ਵੀ ਪਤਾ ਵੀ ਐਂ ਤਾਂ ਕੋਈ ਹੈ ਨਹੀਂ ਵੀ ਇੱਕ ਆਪਣੇ ਬਲਡੋਜ਼ਰ ਫੇਰ ਕੇ ਸਾਫ਼ ਕਰਕੇ ਵੀ ਆਪਾਂ ਨੂੰ ਵੰਡ ਕੇ ਦੇ ਜਾਣਗੇ। ਨਿਬੜਨਾ ਸਾਡੇ ਭਾਈਚਾਰੇ 'ਚ ਨਿਬੜਨਾ। ਅੱਛਾ ਬਾਈ ਜੀ, ਤੁਸੀਂ ਜੀ ਵਿਧਾਨ ਸਭਾ 'ਚ ਵੀ ਉੱਥੇ ਜਿਹੜੇ ਸਾਡੇ ਐਮਐਲਏ ਉਹਨਾਂ ਨੇ ਰੱਖੀ ਸੀ ਇਹ ਮੰਗ ਵੀ ਇੱਕ ਇਹੋ ਜਿਹਾ ਪਿੰਡ ਆ ਵੀ ਉਹਨਾਂ ਦਾ ਹੱਲ ਕੀਤਾ ਜਾਵੇ, ਇਹ ਵੀ ਇਹਨਾਂ ਦਾ ਜਿਹੜਾ ਇਹ ਆ ਪੱਕਾ ਇਹਨਾਂ ਦਾ ਹੱਲ ਕੀਤਾ ਜਾਵੇ। ਇਹਦਾ ਕੋਈ ਰਿਸਪੌਂਸ ਨਹੀਂ ਆਇਆ ਅਜੇ ਤੱਕ ਸਾਨੂੰ ਸਰਕਾਰ ਵੱਲੋਂ। ਉਸ ਵਕਤ ਕੋਈ ਗੱਲ ਚੱਲੀ ਫਿਰ? ਨਹੀਂ ਜੀ, ਕੋਈ ਰਿਸਪੌਂਸ ਨਹੀਂ ਆਇਆ ਇਹਦਾ। ਤੁਸੀਂ ਬਾਈ ਜੀ, ਤੁਸੀਂ ਇੱਕ ਗੱਲ ਕਰ ਰਹੇ ਸੀ 47 48 ਤੇ ਇੱਕ ਹੋਰ ਨੰਬਰ ਨੇ ਜਿਹੜੇ 38 39 1938 39, ਇਹਨਾਂ ਨੰਬਰਾਂ ਬਾਰੇ ਥੋੜਾ ਜਿਹਾ ਖੋਲ ਕੇ ਦੱਸੋ। ਪਹਿਲਾਂ ਸਾਡੇ ਨੰਬਰ ਸੀਗੇ ਨਾ 1938 39 ਸੀਗੇ, ਉਸ ਤੋਂ ਬਾਅਦ 47 48 ਦੇ ਵਿੱਚ ਸਾਡੀ ਮੁਰੱਬੇਬੰਦੀ ਹੋਈ। 47 48 ਹਾਂਜੀ, ਨਹੀਂ 47 ਤਾਂ ਵੰਡ ਹੋਈ ਆਪਣੀ ਦੇਸ਼ ਦੀ, ਉਹ ਤੋਂ ਬਾਅਦ ਚ ਮੁਰੱਬੇਬੰਦੀ ਹੋਈ ਸੀ ਨਾ, 48 ਚ ਮੁਰੱਬੇਬੰਦੀ ਹੋ ਗਈ ਸੀਗੀ। ਤੇ ਅਸੀਂ ਹੁਣ ਇਹ ਜਿਵੇਂ ਛੋਟੇ ਵੀਰ ਨੇ ਕਿਹਾ, ਮੈਂਬਰ ਨੇ ਕਾਲੇ ਨੇ, ਇਹ ਕਹਿੰਦਾ ਵੀ ਅਸੀਂ 38 39 ਵਾਲੇ ਨੰਬਰਾਂ 'ਚ ਚਲੇ ਜਾਂਦੇ। ਚਲੋ ਜੀ, ਮੰਨ ਲਿਆ ਚਲੇ ਗਏ। ਹੁਣ ਇਹਨਾਂ ਦੇ ਡੈਡੀ ਦੇ ਨਾਂ ਨਹੀਂ ਉਹ ਰਹਿਣੀ ਪੈਲੀ, ਫਿਰ ਉਹਨਾਂ ਦੀ ਕੁਰਸੀਨਾਮਾ ਬਣੂਗਾ ਜੀ, ਫਿਰ ਹੈ ਜੀ, ਫਿਰ ਉਹ ਇਹਨਾਂ ਦੀਆਂ ਭੂਆ ਦੇ ਨਾਂ ਵੀ ਹੋਊਗਾ, ਗਾਂ ਇਹਨਾਂ ਦੀਆਂ ਜਿੰਨੇ ਵੀ ਹੈਗੇ ਆ ਉਹਦੇ ਹਿੱਸੇਦਾਰ ਉਹਨਾਂ ਦੇ ਨਾਂ ਹੋਊਗਾ। ਇਹਦਾ ਡੈਡੀ ਵੇਚ ਗਿਆ ਸਰਪੰਚ ਸਾਹਿਬ ਨੂੰ, ਮੰਨ ਕੇ ਚੱਲੀਏ ਪੈਲੀ, ਉਹ ਭੂਆ ਹੁਣੀ ਕਿਵੇਂ ਦੇਣਗੀਆਂ ਜੀ ਇਹਨਾਂ ਨੂੰ? ਉਹ ਗੱਲਾਂ ਦੇ ਅਸੀਂ ਸਾਨੂੰ ਅਲਝਾਜ ਪਾਇਆ ਹੋਇਆ। ਇਹਦਾ ਮਸਲਾ ਤਾਂ ਇਹੀ ਆ ਜੀ, ਅਸੀਂ ਬੈਠ ਕੇ ਕੋਈ ਕੰਪਰੋਮਾਈਜ਼ ਕਰੀਏ, ਕੋਈ ਹੱਲ ਕਰੀਏ, ਇੱਕ ਚੀਜ਼ਾਂ ਜੀ। ਜਦੋਂ ਮਾਨਯੋਗ ਅਦਾਲਤ 'ਚ ਤੁਹਾਡੇ ਜਿਹੜੇ ਮਸਲੇ ਚੱਲ ਰਹੇ ਨੇ, ਉੱਥੇ ਬਹਿਸ ਹੁੰਦੀ ਹੋਊਗੀ, ਉੱਥੇ ਗੱਲਬਾਤ ਹੁੰਦੀ ਹੋਊ, ਵਕੀਲ 'ਚ ਗੱਲਬਾਤ ਕਰਦੇ ਹੋਣਗੇ ਮਾਨਯੋਗ ਅਦਾਲਤ ਦੇ ਮੂਹਰੇ, ਤੇ ਉੱਥੇ ਤੁਹਾਡੇ ਵੱਲੋਂ ਜਿਹੜੀਆਂ ਦਲੀਲਾਂ ਦਿੱਤੀਆਂ ਜਾਂਦੀਆਂ ਨੇ ਜਾਂ ਪੱਖ ਰੱਖੇ ਜਾਂਦੇ ਆ, ਉਹਨਾਂ ਨੂੰ ਕਿਵੇਂ ਵੇਖਿਆ ਜਾਂਦਾ? ਉਹ ਸਾਰਾ ਕੁਝ ਦੇਖਦੇ ਆ ਜੀ, ਉਹ ਕਹਿੰਦੇ ਵੀ ਇੱਥੇ ਆ ਕੇ ਪੇ ਚੜ ਜਾਂਦਾ ਜੀ, ਬਸ ਉਹ ਵਕੀਲ ਵੀ ਉੱਥੇ ਜਾ ਕੇ ਡਿਸਮਿਸ ਹੀ ਹੋ ਜਾਂਦੇ ਆ, ਕਿਸਮ ਦੇ ਵੀ ਇੱਥੇ ਹੁਣ ਕੀ ਕਰੀਏ, ਵੀ ਤੁਹਾਡਾ ਹੱਲ ਹੀ ਕੰਪਰੋਮਾਈਜ਼ ਆ। ਸੋ ਦੋਸਤੋ, ਇੱਥੇ ਸਰਦਾਰ ਭਜਨ ਸਿੰਘ ਵੀ ਨੇ, ਜਿਨ੍ਹਾਂ ਦੇ ਜਿਹੜੇ ਡਿਗਰੀ ਹੋਲਡਰ ਨੇ, ਕੇਸ ਚੱਲ ਰਿਹਾ ਕਿਉਂਕਿ ਉਹਨਾਂ ਦੇ ਬਜ਼ੁਰਗ ਵੀ ਲੜਦੇ ਆਏ ਨੇ, ਉਹ ਅੱਜ ਵੀ ਇਸੇ ਗੱਲਬਾਤ ਦੇ ਵਿੱਚ ਸਾਡੇ ਨਾਲ ਹੋਣਗੇ। ਬਾਪੂ ਜੀ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਤੁਸੀਂ ਖੁਦ ਇਹ ਚੀਜ਼ 'ਚੋਂ, ਤੁਹਾਡੇ ਬਜ਼ੁਰਗ ਵੀ ਲੰਘੇ ਆ, ਤੁਸੀਂ ਵੀ ਲੰਘ ਰਹੇ ਹੋ ਇਸ ਵਕਤ। ਮੈਂ ਲੱਗਦਾ ਸਾਨੂੰ ਬਸ ਜੋ ਸਾਡਾ ਕੇਸ ਚੱਲਦਾ ਉਹਦਾ ਹੱਕ ਮਿਲ ਜੇ। ਜਦੋਂ ਸਾਨੂੰ 80 ਸਾਲ ਹੋ ਗਏ ਲੜਦੇ ਨੂੰ, ਸਾਨੂੰ ਬਸ ਅੱਜ ਉਹਦਾ ਨਿਬੇੜਾ ਹੋ ਜੇ, ਜਿਵੇਂ ਹੈਗਾ ਹੱਕ ਉਦੋਂ ਹੀ ਹੋ ਜੇ ਬਸ। ਆਹੋ, ਜੋ ਵੀ ਕੋਰਟ ਦਾ ਆਰਡਰ ਹੋ ਜੇ, ਨਿਬੜ ਜੇ, ਸਾਡਾ ਖੜਾ ਛੁੱਟ ਜੇ ਬਸ। ਸਾਨੂੰ ਉਹ ਬਹੁਤ ਔਖੇ ਨੇ, ਚਾਰ ਤਾਂ ਸਾਡੀਆਂ ਮੌਤਾਂ ਹੋਈਆਂ ਘਰ 'ਚ ਉੱਥੇ ਜਾਂਦਿਆਂ ਨਹੀਂ, ਪਰ ਸਾਨੂੰ ਨਾ ਹੱਕ ਮਿਲਿਆ, ਨਾ ਇਹਨਾਂ ਨੇ ਕੋਈ ਕੇਸ ਦਾ ਸਿਰਾ ਲਾਇਆ। ਬਸ ਕੇਸ ਜਿੱਤ ਜਾਂਦੇ ਆ, ਮੁਰੱਬੇਬੰਦੀ ਨਹੀਂ ਹੁੰਦੀ ਬਸ। ਜੇ ਜਦੋਂ ਕੇਸ ਜਿੱਤ ਜਾਂਦੇ ਹੋ, ਉਸ ਤੋਂ ਬਾਅਦ ਮਾਨਯੋਗ ਅਦਾਲਤ ਆਪਣੇ ਆਰਡਰ ਦਿੰਦੀ ਹੋਊਗੀ, ਫਿਰ ਮੁਰੱਬੇਬੰਦੀ ਵਾਲੀ ਗੱਲ ਕਿੱਥੇ ਆ ਕੇ ਅੜ ਜਾਂਦੀ ਹੈ? ਬਹੁਤ ਜੇ ਮੂਹਰੇ ਜਿਹਨਾਂ ਨੇ ਕਰਨੀ ਆ ਉਹ ਨਹੀਂ ਕਰਦੇ ਜੀ, ਨਾ ਤਾਂ ਜਗਰਾਉਂ ਤਹਿਸੀਲ ਵਾਲਾ ਕੋਈ ਕਰਨ ਨੂੰ ਤਿਆਰ ਆ ਜੀ, ਉਹ ਉੱਥੋਂ ਆਰਡਰ ਆ ਜਾਂਦੇ, ਨਹੀਂ ਕਰਦੇ ਜੀ। ਵਿਧਾਨ ਸਭਾ ਦੀ ਗੱਲ ਕਰ ਰਹੇ ਸੀ ਜੀ, ਤੁਸੀਂ ਨਾਲ ਖੜੇ ਸੀ ਜਦੋਂ ਤੁਸੀਂ ਦੱਸ ਰਹੇ ਸੀ, ਉੱਥੇ ਕੀ ਆਰਡਰ ਹੋਇਆ ਵਾ? ਜਿਹੜੀ ਜਿਵੇਂ ਉਧਰ ਅੰਕਲ ਜੀ ਉਹਨਾਂ ਨੇ ਦੱਸੀ ਹੈ ਗੱਲ, ਵੀ ਉੱਥੇ ਵਿਧਾਨ ਸਭਾ ਦੇ ਵਿੱਚ ਗੱਲ ਉਠਾਈ ਸੀ ਇੱਥੋਂ ਦੇ ਐਮਐਲਏ ਸਾਹਿਬ ਨੇ। ਇਹ ਜੀ ਇਦਾਂ ਜੀ, ਪਹਿਲਾਂ ਤਾਂ ਜਿੰਨੇ ਵੀ ਸਾਡੇ ਇੱਥੇ ਕਾਂਗਰਸ ਦੇ ਵੀ ਐਮਐਲਏ ਆਏ ਆ ਜੀ, ਅਕਾਲੀਆਂ ਦੇ ਵੀ ਆਏ ਆ ਜੀ, ਕਿਸੇ ਨੇ ਸਾਡੀ ਕੋਈ ਸੁਣੀ ਨਹੀਂ ਜੀ ਪਿੰਡ ਦੀ ਇਹ ਗੱਲਬਾਤ। ਇਹ ਹੁਣ ਜਦੋਂ ਆਮ ਆਦਮੀ ਪਾਰਟੀ ਦੇ ਬੀਬੀ ਸਰਬਜੀਤ ਕੌਰ ਐਮਐਲਏ ਬਣੇ ਆ ਜੀ, ਉਹਨਾਂ ਨੂੰ ਅਸੀਂ ਇਹ ਮਤਲਬ ਮੁੱਦੇ ਲਈ ਕਿਹਾ ਸੀ ਵੀ ਤੁਸੀਂ ਉਠਾਓ ਵਿਧਾਨ ਸਭਾ 'ਚ। ਉਹਨਾਂ ਨੇ ਸਾਡਾ ਫਿਰ ਵਿਧਾਨ ਸਭਾ 'ਚ ਮੁੱਦਾ ਉਠਾਇਆ ਜੀ। ਉੱਥੇ ਉਹਨਾਂ ਨੂੰ ਮਤਲਬ ਉਹਦਾ ਆਰਡਰ ਵੀ ਹੋ ਗਿਆ ਜੀ, ਕੈਪਟਨ ਸਾਹਿਬ ਨੇ ਉਹਨੂੰ ਆਰਡਰ ਕਰਤਾ ਜਲੰਧਰ ਨੂੰ ਜੀ, ਕਪੂਰਥਲਾ ਰੋਡ ਤੇ ਜਿਹੜਾ ਉੱਥੇ ਮਤਲਬ ਹੈ ਨਾ ਜੀ ਮੁਰੱਬੇਬੰਦੀ ਦਾ ਹੈਗਾ ਜੀ ਆਫਿਸ ਆ। ਉਹਨਾਂ ਨੇ ਮਤਲਬ ਸਾਨੂੰ ਵੀ ਚਿੱਠੀ ਆਈ, ਜਿਹੜੇ ਡਿਗਰੀ ਹੋਲਡਰ ਆ ਇਹਨਾਂ ਨੂੰ ਚਿੱਠੀਆਂ ਆਈਆਂ ਇਹਨਾਂ ਨੂੰ, ਉਹਦੇ 'ਚ ਇਹ ਲਿਖਿਆ ਹੋਇਆ ਵੀ ਇਹ ਮਹਿਕਮਾ ਖਤਮ ਹੋ ਚੁੱਕਾ ਜੀ, ਕਿਉਂਕਿ ਹੈ ਹੀ ਨਹੀਂ ਪੰਜਾਬ 'ਚ ਕੋਈ ਮੁਰੱਬੇਬੰਦੀ ਹੋਣ ਵਾਲੀ ਜੀ।
ਮਹਿਕਮਾ ਖਤਮ ਹੋ ਗਿਆ। ਕਹਿੰਦੇ 2002 ਚ ਜਿੰਨੇ ਵੀ ਇਹ ਸਾਰੇ ਅਫਸਰ ਸੀ ਇਹ ਅਸੀਂ ਮਤਲਬ ਤਹਿਸੀਲਾਂ 'ਚ ਜ਼ਿਲ੍ਹਿਆਂ 'ਚ ਲਾ ਦਿੱਤੇ ਆ। ਇਹ ਹੁਣ ਜਿਹੜਾ ਕੰਮ ਕਰਨ ਵਾਲਾ ਇਹ DPR ਜਾਂ DC ਨੇ ਇਹਨਾਂ ਨੇ ਕਰਨਾ ਜੀ, ਵੀ ਇਹਨਾਂ ਨੂੰ ਆਰਡਰ ਆ ਵੀ ਇਹ ਕਰਨਗੇ, ਇਹਨਾਂ ਨੂੰ ਕਰਨਾ ਚਾਹੀਦਾ ਹੁਣ। ਅਸੀਂ ਵੀ ਉਹਨਾਂ ਨੂੰ ਇਹ ਆਰਡਰ ਭੇਜ ਦੇਣਾ ਜੀ, ਸਾਨੂੰ ਉਹਨਾਂ ਨੇ ਇਹ ਗੱਲ ਕਹੀ ਆ ਜੀ। ਤੇ ਹੁਣ DC ਸਾਹਿਬ ਨੂੰ ਤਾਂ ਕੋਰਟ ਤਾਂ ਬੁਲਾ ਨਹੀਂ ਰਹੀ ਜੀ, DC ਸਾਹਿਬ ਨੂੰ ਤਹਿਸੀਲਦਾਰ ਸਾਹਿਬ ਜਾਂਦੇ ਆ ਜੀ, ਅਸੀਂ ਇੰਨੇ ਇੰਤਕਾਲ ਕਰਤੇ ਜੀ, ਇੰਨੇ ਦੇ ਅਸੀਂ ਕਾਪੀਆਂ ਦਿੰਦੇ ਆ ਜੀ, ਇੰਨੇ ਅਸੀਂ ਆਹ ਕਰਦੇ ਆ ਜੀ, ਬਸ ਇਹ ਕੁਛ ਕਰੀ ਜਾਂਦੇ ਆ ਜੀ, ਕੋਈ ਉੱਥੇ ਠੋਸ ਜਵਾਬ ਨਹੀਂ ਜੀ। ਤੇ ਹਾਈ ਕੋਰਟ ਦੇ ਵਿੱਚ ਵੀ ਸਾਡਾ ਕੇਸ ਅਪਲਾਈ ਹੋਇਆ ਹੋਇਆ ਜੀ, ਇੱਕ ਇਹ ਵੀ ਡਿਗਰੀ ਹੋਲਡਰ ਸਾਹਿਬ ਇਹਨਾਂ ਨੇ ਕਰਾਇਆ ਹੋਇਆ ਜੀ। ਇਹਦਾ ਜਿਹੜਾ ਮਤਲਬ ਹੁਣ ਤਰੀਕ ਪਈ ਵੀ ਹੈ ਜੀ 4ਥੇ ਮਹੀਨੇ ਦੀ ਆ, ਐਸੇ ਮੂਰਲੇ ਸਾਲ ਦੀ ਅਸੀਂ, ਤੇ ਪਹਿਲਾਂ ਪਿਛਲੇ ਮਹੀਨੇ ਦੀ ਤਰੀਕ ਸੀਗੀ। ਉੱਥੇ ਆ ਕਰੋਨਾ ਕਰਕੇ ਕੋਈ ਸੁਣਵਾਈ ਨਹੀਂ ਹੋ ਰਹੀ ਜੀ ਹਲੇ, ਉਹ ਲੰਬਤ ਹੈ ਜੀ। ਜੀ ਬਾਪੂ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਤੁਸੀਂ ਗੱਲ ਹੋਰ ਰੱਖਣੀ ਸੀ। ਹਾਂਜੀ, ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਤੁਹਾਨੂੰ ਵੀ ਇਹ ਸਾਨ 38 ਬਜ਼ੁਰਗਾਂ ਦੇ ਨਾਂ ਪੈਲੀ ਚੜ੍ਹਨੀ ਆ। ਇਹ ਸਭ ਘਪਲੇਬਾਜ਼ੀਆਂ ਕਰਨ ਦੇ ਮਾਰੇ ਇਹ ਗੱਲਾਂ ਕਰਦੇ ਜੀ, ਇਹਨੇ ਵੇਚੀ ਆ ਉਹਨੇ ਵੇਚੀ ਆ। ਸਾਡੇ ਬਜ਼ੁਰਗਾਂ ਤੋਂ ਦੁਬਾਰਾ ਇੰਤਕਾਲ ਹੋਣੇ ਆ ਸਾਡੇ ਨਾਲ, ਤੇ ਕਿਸੇ ਦੇ ਇਹ ਨਹੀਂ ਹੈ ਵੀ ਅਸੀਂ ਇੰਤਕਾਲ ਕਰਾ ਲਾਂਗੇ ਆਪਦੇ ਨਾਲ, ਕੋਈ ਇਹਨਾਂ 'ਚੋਂ ਜ਼ਰੂਰਤ ਨਹੀਂ ਹੈ ਕਿਸੇ ਦੀ ਕਰਾਉਣ ਦੀ। ਇਹ ਕੋਰਟ ਨੇ ਬਜ਼ੁਰਗਾਂ ਦਾ ਚੜਾ ਕੇ ਮੋੜ ਕੇ ਸਾਨੂੰ ਕੁਰਸੀਨਾਮੇ ਲੈ ਕੇ ਫੇਰ ਦੇਣੀ ਆ। ਲੰਬੜਦਾਰ ਸਾਹਿਬ, ਜਿਵੇਂ ਬਜ਼ੁਰਗ ਦੱਸਦੇ ਨੇ ਵੀ ਜਿਵੇਂ ਆਮ ਕਰਕੇ ਕਈ ਵਾਰੀ ਜ਼ਮੀਨ ਦੇ ਵਿੱਚ ਕੋਈ ਗੈਸ ਪਾਈਪ ਲਾਈਨ ਲੰਘ ਗਈ ਜਾਂ ਕੋਈ ਹੋਰ ਲਾਈਨ ਲੰਘ ਗਈ ਤਾਂ ਉਸ ਨੂੰ ਮੁਆਵਜ਼ਾ ਹੁੰਦਾ ਗਾ। ਜਿਵੇਂ ਉਹ ਕਹਿੰਦੇ ਹੁਣ ਫਸਲ ਗੜੇਮਾਰੀ ਦਾ ਜਾਂ ਹੋਰ ਫਸਲਾਂ ਦੇ ਨੁਕਸਾਨ ਦਾ ਮੁਆਵਜ਼ਾ ਆਉਂਦਾ, ਇਹ ਮੁਆਵਜ਼ਾ ਵੀ ਜਿਹੜਾ ਸਹੀ ਤਰੀਕੇ ਨਾਲ ਨਹੀਂ ਮਿਲਦਾ। ਪਿੰਡ ਬੜਾ ਨਹੀਂ ਜੀ, ਸਹੀ ਤਰੀਕੇ ਦਾ ਮਤਲਬ ਮਿਲਿਆ ਹੀ ਨਹੀਂਗਾ। ਪਿਛਲੀ ਵਾਰ ਵੀ ਉਹ ਲਿਖ ਕੇ ਲੈ ਕੇ ਪਟਵਾਰੀ ਦੇ ਨਾਲ ਮੈਂ ਸੀਗਾ। ਬਾਕੀ ਉਹ ਮਰੱਬੇਬੰਦੀ ਹੋ ਜਾਏ, ਲੋਕਾਂ ਦੀ ਨਾ ਜ਼ਮੀਨ ਹੋ ਜਾਏ, ਔਖੇ ਬਹੁਤ ਆ ਲੋਕ। ਹਾਂਜੀ, ਹੁਣ ਉਹ ਕੋਰਟ ਕੋਈ ਫੈਸਲਾ ਨਹੀਂ ਦੇ ਰਹੀ ਅਜੇ, ਬਸ ਇਹੀ ਕਾਰਨ ਆ ਵੱਡਾ। ਅਜੇ ਤਾਂ ਕਹਿੰਦੇ ਹੋ ਜਾਵੇ, ਕਿਸੇ ਵੀ ਤਰੀਕੇ ਨਾਲ ਹੋਵੇ, ਮਤਲਬ ਲੋਕਾਂ ਦੀ ਨਾ ਜ਼ਮੀਨ ਚੜ੍ਹ ਜਾਵੇ, ਸੌਖਾ ਹੋ ਜਾਵੇ। ਮਰੱਬੇਬੰਦੀ ਹੋ ਜੇ ਤਾਂ ਸਾਰਿਆਂ ਨੂੰ ਹੀ ਸੌਖਾ। ਇਹ ਨਹੀਂ ਹੈਗਾ ਵੀ ਜਾਂ ਜਿਹੜੇ ਜਿਨ੍ਹਾਂ ਨੇ ਖਰੀਦੀ ਆ ਉਹ ਔਖੇ ਆ ਜਾਂ ਜਿਨ੍ਹਾਂ ਨੇ ਵੇਚੀ ਉਹ ਔਖੇ ਆ। ਸਾਡਾ ਮੱਲਾ ਪਿੰਡ ਹੀ ਔਖਾ ਵਾ, ਹਰ ਇੱਕ ਵਰਗ ਦਾ ਬੰਦਾ ਹੀ ਔਖਾ ਵਾ, ਕਿਉਂਕਿ ਨਾ ਤਾਂ ਕੋਈ ਉਹਨੂੰ ਲੋਨ ਮਿਲ ਰਿਹਾ, ਨਾ ਕਿਸੇ ਤਰ੍ਹਾਂ ਦਾ ਕੋਈ ਉਹਨੂੰ ਕਿਸੇ ਵੀ ਤਰ੍ਹਾਂ ਦੀ ਸਹੂਲਤ ਨਹੀਂ ਉਹਨੂੰ ਮਿਲ ਰਹੀ। ਇੱਕ ਕਿਸੇ ਤਰ੍ਹਾਂ ਦੀ ਕੋਈ ਇੱਥੇ ਮੇਰਾ ਖਿਆਲ ਸਭ ਤੋਂ ਵੱਡਾ ਨੁਕਸਾਨ ਸਰਪੰਚ ਸਾਹਿਬ ਇਹ ਵੀ ਹੈਗਾ, ਜਿਵੇਂ ਨੰਬਰਦਾਰ ਸਾਹਿਬ, ਬਈ ਜਦੋਂ ਆਪਾਂ ਕਿਸ ਤੋਂ ਵਿਆਜ ਤੇ ਪੈਸੇ ਲੈਣੇ ਹੁੰਦੇ ਆ ਤਾਂ ਜ਼ਮੀਨ ਦਾ ਇਕਰਾਰਨਾਮਾ ਕਰਕੇ ਜਾਂ ਉਹ ਵਿੱਚ ਲਿਖਾ ਕੇ ਬੰਦਾ ਗਹਿਣੇ ਕਰ ਲੈਂਦਾ ਜਾਂ ਉਹਦਾ ਹਿਸਾਬ ਕਿਤਾਬ ਘੱਟ ਪੈਸਿਆਂ ਤੇ ਉਹਦਾ ਹੱਲ ਹੋ ਜਾਂਦਾ। ਇਸ ਤਾਂ ਬਹੁਤ ਮਹਿੰਗੇ ਵਿਆਜ ਤੇ ਪੈਸੇ ਲੈਣੇ ਪੈਂਦੇ ਹੋਣਗੇ, ਔਖੇ ਕਰ ਪੁੱਛ ਲਓ, ਲੋਕ ਖੜੇ ਲੈਣੇ ਪੈਂਦੇ 5 ਰੁਪਏ ਤੱਕ ਵੀ ਜਿਹਨੂੰ ਜੀ ਲੋੜ ਆ। ਅੱਜ ਮੈਨੂੰ ਮੰਨ ਲਓ ਮੇਰਾ ਜਾਂ ਬਾਪ ਆ ਜਾਂ ਮੇਰੀ ਭੈਣ ਵਿਆਹੁਣ ਵਾਲੀ ਆ ਜਾਂ ਮੇਰਾ ਕੋਈ ਘਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਮੈਨੂੰ ਪ੍ਰੋਬਲਮ ਆ, ਤਾਂ ਮੈਨੂੰ ਇਹ ਹੋਊਗਾ ਵੀ ਮੈਨੂੰ ਪੈਸਾ ਕਿਤੋਂ ਨਾ ਕਿਤੋਂ ਕਿਵੇਂ ਮਿਲੇ, ਭਲਾ ਵੱਧ ਵਿਆਜ ਤੇ ਮਿਲ ਜੇ। ਜੇ ਮੇਰੇ ਕੋਲ ਰਜਿਸਟਰੀ ਹੋਊਗੀ ਤਾਂ ਮੈਂ ਜਾਂ ਬੈਂਕ ਦੀ ਮਿਹਨਤ ਕਰਕੇ ਬੈਂਕ ਦੇ ਵਿੱਚ ਰੱਖ ਕੇ ਅਸਲੀ ਪ੍ਰੂਫ ਆ, ਤਾਂ ਮੈਨੂੰ ਇਹ ਬੰਦੇ ਦੀ ਵੀ ਮਿਹਨਤ ਕਰਨ ਦੀ ਲੋੜ ਨਹੀਂ, ਤਾਂ ਮੇਰੇ ਕੋਲੇ ਜੇ ਆਪਦਾ ਪ੍ਰੂਫ ਹੋਵੇ। ਸਾਰਾ ਪਿੰਡ ਹੀ ਔਖਾ ਜੀ, ਪੂਰਾ ਤਕਲੀਫ ਸਾਰੇ, ਬਸ ਇਸ ਤਾਂ ਕਹਿੰਦੇ ਮਸਲਾ ਹੱਲ ਹੋਣਾ ਚਾਹੀਦਾ। ਕਿ ਜਿਹੜਾ ਸਾਡਾ ਗਰੀਬ ਵਰਗ ਆ ਜਾਂ ਕੋਈ ਕਿਸੇ ਵੀ ਵਰਗ ਦਾ ਬੰਦਾ ਵਾ, ਭਲਾ ਕੋਈ ਤਕੜਾ ਭਲਾ ਕੋਈ ਮਾੜਾ, ਉਹਨੂੰ ਜਿਹੜਾ ਪੈਸਾ ਤੇ ਲੈਣਾ ਵਾ ਉਹਨੂੰ ਬਹੁਤ ਜ਼ਿਆਦੀਆਂ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ। ਹਰ ਇੱਕ ਬੰਦੇ ਦੇ ਇੱਕ ਇਕਰਾਰਨਾਮੇ ਤੇ ਜਿਹੜੀਆਂ ਹੁਣ ਸਾਡੇ ਪੈਲੀਆਂ ਵਿਕ ਰਹੀਆਂ ਜੀ, ਉਹ ਅਸੀਂ ਵੇਚਦੇ ਹਾਂ ਜੀ, 7.5 ਲੱਖ ਰੁਪਏ ਰੇਟ ਆ ਜੀ, ਬਾਹਰ 16 ਲੱਖ ਰੁਪਏ ਰੇਟ ਆ ਜੀ। ਕਿੱਡਾ ਵੱਡਾ ਨੁਕਸਾਨ ਹੋ ਰਿਹਾ ਸਾਡਾ ਪਿੰਡ ਦਾ। ਪੈਸੇ ਤਾਂ ਹਰੇਕ ਨੂੰ, ਕੋਈ ਅਸੀਂ ਬੱਚਾ ਬਾਹਰ ਭੇਜਣਾ, ਅਸੀਂ ਕੋਈ ਜ਼ਮੀਨ ਨਹੀਂ ਸ਼ੋਅ ਕਰ ਸਕਦੇ ਜੀ ਵੀ ਸਾਡੇ ਨਾਲ ਜ਼ਮੀਨ ਹੈਗੀ ਆ, ਅਸੀਂ ਸਾਡੇ ਬੱਚੇ ਨੂੰ ਆਹ ਪ੍ਰੂਫ ਪ੍ਰਾਪਰਟੀ ਦਿਖਾਈ ਜਾਂਦੀ ਹੈਗੀ। ਕੋਈ ਅਸੀਂ ਪ੍ਰਾਪਰਟੀ ਨਹੀਂ ਦਿਖਾ ਸਕਦੇ, ਕੋਈ ਅਸੀਂ ਕਿਸੇ ਨੇ ਵੈਕਟਰ ਵੀਜ਼ਾ ਲੈਣਾ ਉਹ ਨਹੀਂ ਦਿਖਾ ਸਕਦਾ ਜੀ ਪ੍ਰਾਪਰਟੀ ਆਪਦੀ, ਕੋਈ ਸਾਨੂੰ ਬੈਂਕ ਲੋਨ ਨਹੀਂ ਦਿੰਦੀ ਜੀ। ਕੋਈ ਜੇ ਸਾਡਾ ਪੁਰਾਣੇ ਨੰਬਰ ਪਹਿਲਾਂ ਦੇ ਜਿਹੜੇ ਮਤਲਬ ਬਜ਼ੁਰਗਾਂ ਵਾਲੇ ਦੇ ਬੈਂਕਾਂ 'ਚ ਹੈਗੇ ਉਹਨਾਂ ਤੇ ਲੋਨ 20 50 ਹਜ਼ਾਰ ਰੁਪਏ ਚੱਲ ਰਿਹਾ, ਉਸ ਤੋਂ ਬਾਅਦ ਕਿਸੇ ਦਾ ਲੋਨ ਨਹੀਂ। ਪੁੱਛ ਲਓ ਜੀ, ਸਾਡੇ ਪਿੰਡ ਦੇ ਵਿੱਚ ਪੰਜਾਬ ਨਾਲ ਬੈਂਕ ਹੋਵੇ ਤੇ ਸਾਡੇ ਪਿੰਡ ਨੂੰ ਲੋਨ ਨਾ ਮਿਲੇ ਜੀ, ਕਿੱਡਾ ਵੱਡਾ ਨੁਕਸਾਨ ਆ ਜੀ। 4-5 ਬੰਦਿਆਂ ਦੀ ਤਾਂ ਮਿਹਨਤ ਕਰਨੀ ਪੈਂਦੀ, 2-3 ਫੌਜੀਆਂ ਦੀ, ਫਿਰ ਉਹ ਕਿਸੇ ਤੋਂ ਹੋਰ ਤੋਂ ਕਹਾਉਣਾ ਪੈਂਦਾ। ਫਿਰ ਉਹ ਕਹਿੰਦੇ ਜੀ ਇੱਕ ਕਮੇਟੀ ਬਣੀ ਆ ਸਾਡੀ ਬੈਂਕ ਦੀ, ਉਹਨਾਂ ਨੂੰ ਲਿਆਓ ਜੀ, ਇਹਨਾਂ ਨੂੰ ਇਕੱਠੇ ਕਰਕੇ ਲਿਆਓ। ਸਰਕਾਰ ਨੇ ਚੀਜ਼ ਦੇਣੀ ਹੋਵੇ ਤਾਂ ਮੈਨੂੰ ਆਸਾਨ ਹੋਰ 2-4 ਵਜੇ ਰੱਖਣਾ ਪੈਣਾ। ਇਹ ਸਿਸਟਮ ਹੋਇਆ ਪਿਆ ਸਾਡੇ ਪਿੰਡ ਦਾ। ਸਰਪੰਚ ਸਾਹਿਬ, ਜਿਵੇਂ ਆਮ ਕਰਕੇ ਆਪਾਂ ਦੇਖਦੇ ਹੁੰਦੇ ਆ ਵੀ ਜੇ ਕਿਸੇ ਨੂੰ ਕੋਈ ਲੜਾਈ ਝਗੜਾ ਹੋ ਜੇ ਤਾਂ ਉਹਦੀ ਜ਼ਮਾਨਤ ਲਈ ਜਾਂਦੀ ਹੈਗੀ। ਇਹ ਵੀ ਇੱਕ ਬੜਾ ਵੱਡਾ ਮਸਲਾ, ਜ਼ਮਾਨਤ ਦੇਣ ਤੋਂ ਵੀ ਤੁਹਾਡੇ ਪਿੰਡ ਦੇ ਲੋਕ ਵਾਂਝੇ ਰਹਿ ਜਾਂਦੇ ਹੋਣੇ, ਨਹੀਂ ਦੇ ਸਕਦੇ ਹੋਣੇ। ਨਹੀਂ ਦੇ ਨਹੀਂ ਸਕਦੇ ਜੀ, ਜਿਵੇਂ ਮਤਲਬ ਸਕੂਟਰ ਮੋਟਰਸਾਈਕਲ ਦੇ ਸਕਦੇ, ਨੰਬਰ ਤਾਂ ਸਾਡੇ ਕੋਲ ਹੈ ਹੀ ਨਹੀਂ, ਸਾਨੂੰ ਤਾਂ ਕੋਈ ਰਿਸ਼ਤੇਦਾਰੀ ਚੋਂ ਲੱਭਣਾ ਪੈਂਦਾ ਕੋਈ ਬੰਦਾ। ਜੇ ਕੋਈ ਮਤਲਬ ਪਰਮਾਤਮਾ ਕਰੇ ਨਾ ਕੋਈ ਵੱਡਾ ਕਾਂਡ ਹੋ ਜਾਂਦਾ ਜਾਂ ਹਨਾ, ਸਾਨੂੰ ਬਾਹਰੋਂ ਨੂੰ ਕਰਾਉਣਾ ਪੈਂਦਾ ਗਾ। ਤੇ ਪਿੰਡੋਂ ਤਾਂ ਸਾਡੇ ਮੋਟਰਸਾਈਕਲ ਛੋਟੀ ਜ਼ਮਾਨਤ ਯਾਨੀ ਵੱਡੀ ਜ਼ਮਾਨਤ ਭਰਨੀ, ਸਾਨੂੰ ਬਾਹਰੋਂ ਬੰਦਾ ਲੱਭਣਾ ਪੈਂਦਾ। ਤੇ ਬਸ ਇਹੀ ਹੈ ਜੀ ਸਾਡਾ ਤਾਂ ਹੁਣ ਬਈ ਜੇ ਸਰਕਾਰਾਂ ਸੁਣ ਲੈਣ, ਸਰਕਾਰਾਂ ਕਹਿੰਦਾ ਸਾਡੇ ਆਪਦੇ ਨੂੰ ਸਾਨੂੰ ਸੁਣਨੀ ਪੈਣੀ ਆ। ਜੇ ਅਸੀਂ ਆਪ ਕਰ ਲਾਂਗੇ ਤਾਂ ਠੀਕ ਆ, ਨਹੀਂ ਤਾਂ ਕਿਸੇ ਨੇ ਕੁਛ ਨਹੀਂ ਕਰਨਾ ਸਾਡਾ।
ਆਪਸ ਵਿੱਚ ਰਜਾਮੰਦੀ ਰਜਾਮੰਦੀ ਤੋਂ ਇਲਾਵਾ ਕੁਝ ਨਹੀਂ ਹੈਗਾ। ਹੁਣ ਚੰਨੀ ਸਾਹਿਬ ਐਲਾਨ, ਹੁਣ ਇੱਕ ਮਿੰਟ, ਚੰਨੀ ਸਾਹਿਬ ਐਲਾਨ ਕਰ ਰਹੇ ਆ ਵੀ ਅਸੀਂ ਗਰੀਬਾਂ ਨੂੰ ਪਲਾਟ ਕੱਟਾਂਗੇ 5-5 ਬਿਸਵੇ ਤੇ, ਹਨਾ ਜੀ। ਸਾਡੇ ਪਿੰਡ ਦੀ 135-36 ਕਿੱਲੇ ਜ਼ਮੀਨ ਅਸੀਂ ਸਾਰੀ ਪੰਚਾਇਤ ਲਿਖ ਕੇ ਦਿੰਦੇ ਆ ਵੀ ਘਪਲੇ ਕਢਾ ਕੇ ਸਾਰੀ ਗਰੀਬਾਂ 'ਚ ਹੀ ਵੰਡ ਦਿਓ। ਕਿੱਥੋਂ ਦੇਵਾਂਗੇ ਅਸੀਂ ਕਿ ਗਰੀਬਾਂ ਨੂੰ ਕੁਛ? ਇੱਥੇ ਕਹਿ ਦਿੰਦਾ ਜੀ ਪੰਚਾਇਤ ਫਲਾਣੇ ਸਾਡੇ ਕੋਲ ਆਉਣਗੀਆਂ ਆਪਣੀਆਂ, ਪੁੱਤ ਸਾਡੇ ਫਾਰਮ ਭਰ ਦਿਓ। ਮੈਂ ਕਿਹਾ ਮਾਤਾ ਜੀ ਵੀ ਆਪਣੇ ਕੋਲ ਪਿੰਡ ਕੋਲ ਪੰਚਾਇਤ ਕੋਲ ਪੈਲੀ ਤਾਂ ਹੈ ਨਹੀਂ ਗੀ, ਜਿਹੜੀ ਹੁਣ ਪੈਲੀ ਆ ਉਹ ਘਪਲੇ ਦੇ ਵਿੱਚ ਪਈ ਆ ਜੀ। ਇਹ ਮੁੱਦਾ ਛੇਤੀ ਤੋਂ ਛੇਤੀ ਸੁਲਝਿਆ ਜਾਵੇ ਤੇ ਸਾਨੂੰ ਵੀ ਪੰਚਾਇਤਾਂ ਨੂੰ ਵੀ ਹੋ ਸਕੇ ਫੰਡ ਆਵੇ ਤਾਂ ਅਸੀਂ ਪਿੰਡ ਤੇ ਲਾ ਦਈਏ ਜੀ। ਧੰਨਵਾਦ। ਸਰਪੰਚ ਸਾਹਿਬ, ਕਿਸਾਨੀ ਸੰਘਰਸ਼ ਚੱਲਿਆ ਪੂਰੇ ਪੰਜਾਬ ਨਹੀਂ, ਪੂਰੇ ਆਲੇ ਦੁਆਲੇ ਦੀਆਂ ਸਾਰੀਆਂ ਸਟੇਟਾਂ ਨੇ, ਪੂਰੇ ਦੇਸ਼ ਦੇ ਲੋਕਾਂ ਨੇ ਜਿਹੜਾ ਉਹ ਸੰਘਰਸ਼ ਲੜਿਆ। ਉਹ ਸੰਘਰਸ਼ ਜ਼ਮੀਨਾਂ ਦਾ ਹੀ ਸੀਗਾ। ਜ਼ਮੀਨਾਂ ਦਾ ਬੜਾ ਵੱਡਾ ਮਸਲਾ ਹੈਗਾ ਮੇਰੇ ਖਿਆਲ ਦੇ ਵਿੱਚ। ਮਾਨਯੋਗ ਅਦਾਲਤ ਦੇ ਵਿੱਚ ਹੈ ਤੇ ਜਿਵੇਂ ਤੁਸੀਂ ਦੱਸਿਆ ਵੀ ਭਾਈਚਾਰਕ ਸਾਂਝ ਬਣਾ ਕੇ ਆਪਸ ਵਿੱਚ ਏਕਤਾ ਕਰਕੇ ਮਾਨਯੋਗ ਅਦਾਲਤ ਦੇ ਸਾਹਮਣੇ ਆਪਣੇ ਪੱਖ ਰੱਖ ਕੇ ਇਹ ਮਸਲਾ ਜਲਦੀ ਸੁਲਝਾ ਲੈਣਾ ਚਾਹੀਦਾ। ਹਾਂਜੀ ਹਾਂਜੀ, ਬਿਲਕੁਲ ਇਹੀ ਆ ਜੀ। ਬਸ ਸਾਰਿਆਂ ਨੂੰ ਇਹੀ ਅਪੀਲ ਆ ਵੀ ਜਾਣੀ ਜਿਵੇਂ ਤੁਹਾਡੇ ਚੈਨਲ ਦੇਖ ਕੇ ਬੰਦਾ ਜੋ ਬਾਹਰ ਬੈਠੇ ਵਿਦੇਸ਼ਾਂ 'ਚ ਵੀ ਸਾਡੇ ਬੈਠੇ ਆ ਵੀ ਉਹ ਪਿੱਛੇ ਕਹਿਣ ਵੀ ਜਰਾ ਸਾਰੇ ਇਕੱਠੇ ਹੋ, ਪਿੰਡ ਵਾਲੇ ਤੇ ਇਕੱਠੇ ਟੇਬਲ ਤੇ ਬਹਿ ਕੇ ਨਿਬੜਨਾ। ਪਰ ਜੇ ਕੋਰਟਾਂ ਨੇ ਬਿਲਕੁਲ ਨਹੀਂ ਨਿਬੇੜਨਾ ਚਾਹਿਆ। ਸਭ ਬਜ਼ੁਰਗ ਵੀ ਖੜੇ ਆ, ਸਾਡੇ ਬੱਚੇ ਵੀ ਖੜੇ ਆ। ਨਾ ਤਾਂ ਸਾਡੇ ਪਿਓ ਦਾਦੇ ਤੋਂ ਨਿਬੜਿਆ, ਨਾ ਸਾਥੋਂ ਨਿਬੜਨਾ, ਤੇ ਨਾ ਸਾਡੇ ਜਵਾਕਾਂ ਤੋਂ ਨਿਬੜਨਾ। ਸਾਡੇ ਜਵਾਕਾਂ ਨੂੰ ਤਾਂ ਇਹ ਵੀ ਨਹੀਂ ਪਤਾ ਲੱਗਣਾ ਵੀ ਪਟਵਾਰੀ ਕੀ ਹੁੰਦਾ ਤੇ ਕਾਨੂੰਗੋ ਕੀ ਹੁੰਦਾ, ਮੁਸਾਫੀ ਕੀ, ਜਿਹੜੇ ਸਾਨੂੰ ਨਹੀਂ ਪਤਾ ਕਿਉਂਕਿ ਅਸੀਂ ਗਏ ਹੀ ਨਹੀਂ ਕਿਤੇ। ਸਾਡੀਆਂ ਬੱਟਾਂ ਤਾਂ ਉਹਨਾਂ ਨੇ ਭੁੱਲ ਜਾਣਾ ਜੇ ਬਾਹਰ ਤੁਰੇ ਜਾਂਦੇ ਲੋਕ। ਸਾਡਾ ਤਾਂ ਬਸ ਇਹੀ ਆ, ਜੇ ਬਹਿ ਕੇ ਨਿਬੇੜ ਲੈਣਗੇ ਤਾਂ ਜੀ। ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਪੂਰੇ ਨਗਰ ਨੇ ਜਿਹੜੀ ਆਪਣੀ ਦਿਲ ਦੀ ਗੱਲ ਰੱਖੀ ਹੈ ਸਾਰੇ ਪੱਖਾਂ ਤੋਂ, ਕਿਉਂਕਿ ਅਲੱਗ-ਅਲੱਗ ਪੱਖ ਨੇ, ਕੋਈ ਕਿਸੇ ਹਿਸਾਬ ਨਾਲ ਸੋਚਦਾ, ਕੋਈ ਕਿਸੇ ਹਿਸਾਬ ਨਾਲ। ਸਾਡੀ ਵੀ ਇਹ ਕੋਸ਼ਿਸ਼ ਸੀਗੀ ਕਿ ਇਸ ਪਿੰਡ ਦਾ ਜਿਹੜਾ ਪੰਜਾਬ ਦਾ ਇੱਕੋ ਇੱਕ ਨਵੇਕਲਾ ਪਿੰਡ ਹੈ ਜਿਸ ਦੀ ਜ਼ਮੀਨ ਜਿਹੜੀ ਉਹ ਸਰਕਾਰੀ ਰਿਕਾਰਡ ਦੇ ਵਿੱਚ ਜਿਵੇਂ ਆਮ ਕਰਕੇ ਪੁੱਛਿਆ ਦੇਖਿਆ ਜਾਂਦਾ ਤਾਂ ਕਹਿੰਦੇ ਆ ਫਰਦ ਨਿਕਲਦੀ ਹੈ, ਜਮ੍ਹਾਂਬੰਦੀ ਨਿਕਲਦੀ ਹੈ, ਇੰਤਕਾਲ ਹੁੰਦਾ, ਤਹਿਸੀਲਦਾਰ ਪਟਵਾਰੀਆਂ ਕੋਲੇ ਜਿਹੜਾ ਜ਼ਮੀਨ ਦਾ ਰੈਵਨਿਊ ਡਿਪਾਰਟਮੈਂਟ ਕੋਲੇ ਰਿਕਾਰਡ ਹੁੰਦਾ। ਪਰ ਇਸ ਪਿੰਡ ਦਾ ਰਿਕਾਰਡ ਜਿਹੜਾ ਉਹ ਇਹਨਾਂ ਲੋਕਾਂ ਦੇ ਹੱਥ ਵਿੱਚ ਨਹੀਂ ਹੈ। ਮਾਨਯੋਗ ਅਦਾਲਤ ਦੇ ਵਿੱਚ ਵੀ ਹੈ ਮਸਲਾ ਤੇ ਲੋਕਾਂ ਦੇ ਦਿਲਾਂ ਦੇ ਵਿੱਚ ਵੀ ਹੈ ਤੇ ਲੋਕ ਆਪਸ ਵਿੱਚ ਬੈਠ ਕੇ ਸੁਲਝਾਉਣਾ ਵੀ ਚਾਹੁੰਦੇ ਨੇ। ਸਾਡੀ ਇਹ ਕੋਸ਼ਿਸ਼ ਇਸ ਕਰਕੇ ਸੀ ਕਿ ਮਸਲਾ ਤੁਹਾਡੇ ਪੂਰੀ ਦੁਨੀਆ ਦੇ ਸਾਹਮਣੇ ਲਿਆਂਦਾ ਜਾਵੇ ਤਾਂ ਕਿ ਦਿਖਾਇਆ ਜਾ ਸਕੇ ਕਿ ਜਿਸ ਪਿੰਡ ਦਾ ਪੰਜਾਬ ਦਾ ਇੱਕੋ ਇੱਕ ਪਿੰਡ ਆ ਉਹ ਮੱਲਾ ਪਿੰਡ, ਜਿਸ ਪਿੰਡ ਦਾ ਇਹ ਮਸਲਾ ਲੰਬਤ ਹੈ ਤੇ ਲੋਕ ਵੀ ਚਾਹੁੰਦੇ ਨੇ ਕਿ ਸਾਡਾ ਮਸਲਾ ਜਲਦੀ ਹੱਲ ਹੋਵੇ ਤਾਂ ਕਿ ਸਾਰੇ ਲੋਕ ਆਪਣੇ ਆਪਣੇ ਨੰਬਰਾਂ ਤੇ ਆ ਸਕਣ। ਉਮੀਦ ਹੈ ਮਸਲਾ ਜਲਦੀ ਹੱਲ ਹੋਵੇਗਾ। ਤੇ ਸਾਡਾ ਅੱਜ ਦਾ ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਾ, ਆਪਣਾ ਫੀਡਬੈਕ ਡੇਲੀ ਆਵਾਜ਼ ਤੇ ਜ਼ਰੂਰ ਦੇਣਾ। ਧੰਨਵਾਦ।